ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੰਤ ਆਰਾਧਨ ਸਦ ਸਦਾ, ਸਭਨਾ ਕਾ ਬਖਸ਼ਿੰਦ। ਜਿਉ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤਿਆਨ ਜਿੰਦ। ਸੰਤ ਆਰਾਧਨ ਸਦ ਸਦਾ, ਸਭਨਾ ਕਾ ਬਖਸ਼ਿੰਦ। ਜਿਉ ਪਿੰਡ ਜਿਨ ਸਾਜਿਆ, ਕਰ ਕਿਰਪਾ ਦਿੱਤਿਆਨ ਜਿੰਦ। ਗੁਰ ਸ਼ਬਦੇ ਆਰਾਧਿਆ, ਜਪਿਆ ਨਿਰਮਲ ਮੰਤ। ਕੀਮਤ ਕਹਿਣ ਨਾ ਜਾਈਐ, ਪਰਮੇਸ਼ਰ ਬੇਅੰਤ। ਜਿਸ ਮਨ ਵਸੈ ਨਰਾਇਣੋ, ਸੋ ਕਹੀਐ ਭਗਵੰਤ। ਜਿਹ ਕੇ ਲੋਚਾ ਪੂਰੀਐ, ਮਿਲੈ ਸੁਆਮੀ ਕੰਤ। ਨਾਨਕ ਜੀਵੈ ਜਪ ਹਰਿ, ਦੁਖ ਸਭੇ ਹੀ ਹੰਤ। ਦਿਨ ਰਾਣ ਜਿਸ ਨਾ ਵਿਸਰੈ, ਸੋ ਹਰਿਆ ਹੋਵੈ ਜੰਤ। ਨਾਨਕ ਜੀਵੈ ਜਪ ਹਰਿ, ਦੁਖ ਸਭੇ ਹੀ ਹੰਤ। ਦਿਨ ਰਾਣ ਜਿਸ ਨਾ ਵਿਸਰੈ, ਸੋ ਹਰਿਆ ਹੋਵੈ ਜੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ, ਪਤਿਤ ਪਾਵਨ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਇਹ ਸਤਸੰਗਤ ਦੀਆਂ ਘੜੀਆਂ ਦਾ ਉੱਤਮ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਪਵਿੱਤਰ ਦਰਸ਼ਨਾਂ ਦਾ ਸੁਭਾਗ, ਸੱਚੇ ਪਾਤਸ਼ਾਹ ਜੀ ਦੀ ਸੰਗਤ ਦਾ ਲਾਹਾ, ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਦੇ ਪਾਵਨ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਤਿਗੁਰੂ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਾਧ ਸੰਗਤ ਜੀ, ਅੱਜ ਸਰਦਾਰ ਹਰੀ ਸਿੰਘ ਨਲੂਏ ਦਾ ਸ਼ਹੀਦੀ ਦਿਹਾੜਾ ਹੈ। ਸਰਦਾਰ ਦੇ ਜੀਵਨ ਤੇ ਸੰਖੇਪ ਜੀ ਝਾਤ ਪਾ ਕਰਕੇ ਫਿਰ ਆਪਾਂ ਲੜੀਵਾਰ ਕਥਾ ਆਰੰਭ ਕਰਦੇ ਹਾਂ। ਸਰਦਾਰ ਹਰੀ ਸਿੰਘ ਨਲੂਏ ਦਾ ਜਨਮ ਜੋ ਗੁਜਰਾਂਵਾਲਾ ਸਾਧ ਸੰਗਤ ਜੀ ਪਾਕਿਸਤਾਨ ਦੇ ਅੰਦਰ, ਇੱਥੇ ਸਰਦਾਰ ਗੁਰਦਿਆਲ ਸਿੰਘ ਜੀ ਉਪਲ ਜੋ ਖੱਤਰੀ ਵੰਸ਼ ਵਿੱਚ ਹੋਏ, ਉਹਨਾਂ ਦੇ ਗ੍ਰਹਿ ਵਿਖੇ ਮਾਤਾ ਧਰਮ ਕੌਰ ਜੀ ਦੀ ਕੁੱਖ ਤੋਂ
ਸਰਦਾਰ ਹਰੀ ਸਿੰਘ ਨਲੂਏ ਦਾ ਜਨਮ ਹੋਇਆ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਜੋ ਸ਼ੁਕਰ ਚੱਕੀ ਆ ਮਿਸਲ, ਉਹਦਾ ਵੀ ਸਾਧ ਸੰਗਤ ਜੀ ਇੱਥੇ ਹੀ ਮੁੱਖ ਹੈੱਡਕੁਆਟਰ ਸੀ। ਤੇ ਜੋ ਗੁਜਰਾਂਵਾਲਾ ਕਸਬਾ ਹੈ, ਬੜਾ ਵੱਡਾ ਜ਼ਿਲ੍ਹਾ ਹੈ ਮਹਾਰਾਜੇ ਦਾ। ਉੱਥੇ ਸ਼ੇਰਾਂ ਵਾਲਾ ਬਾਗ ਹੈ, ਹੁਣ ਤਾਂ ਛੋਟਾ ਜਿਹਾ ਬਾਗ ਰਹਿ ਗਿਆ। ਉਹਦੇ ਅੰਦਰ ਬਾਰਾਂਦਰੀ ਬਣੀ ਹੋਈ ਹੈ, ਬਹੁਤ ਵੱਡਾ ਬਾਗ। ਉੱਥੇ ਫੌਜਾਂ ਦਾ ਉਤਾਰਾ ਹੁੰਦਾ। ਸ਼ੇਰੇ ਪੰਜਾਬ ਜੀ ਉੱਥੇ ਦੀਵਾਨੇ ਆਮ ਲਾਇਆ ਕਰਦੇ। ਤੇ ਗੁਜਰਾਂਵਾਲੇ ਦੇ ਅੰਦਰ ਉਹ ਹਵੇਲੀ ਮੌਜੂਦ ਹੈ ਜਿੱਥੇ ਮਹਾਬਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਮਾਤਾ ਰਾਜ ਕੌਰ ਦੀ ਕੁੱਖ ਤੋਂ ਜਨਮ ਹੋਇਆ। ਲਿਖਿਆ ਹੋਇਆ ਉੱਥੇ ਇੰਗਲਿਸ਼ ਦੇ ਅੰਦਰ ਵੀ ਕਿ ਦਿਸ ਇਜ਼ ਦਾ ਬੋਰਨ ਪਲੇਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ। ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਵੀ ਉਹ ਹਵੇਲੀ ਗੁਜਰਾਂਵਾਲੇ ਦੇ ਅੰਦਰ ਮੌਜੂਦ ਹੈ। ਦਰਸ਼ਨ ਕਰਨ ਅਸੀਂ ਗਏ ਸਾਂ। ਉਵੇਂ ਹੀ ਉਹ ਸਾਰਾ ਪੁਰਾਤਨ ਉਹ ਕਮਰੇ ਹਵੇਲੀ ਨੁਮਾ ਉਵੇਂ ਸਭ ਕੁਝ ਦਰਸ਼ਨ ਹੁੰਦੇ ਹੈ। ਤੇ ਉੱਥੋਂ ਦੇ ਜੋ DC ਸੀਗੇ ਉਹਨਾਂ ਨੇ ਬੜਾ ਵਿਸ਼ੇਸ਼ ਸਾਡੇ ਨਾਲ ਪ੍ਰੇਮ ਕੀਤਾ। ਦੱਸਿਆ ਕਿ ਅਸੀਂ ਇਹ ਵਿਰਾਸਤੀ ਜਿਹੜੀਆਂ ਜਗ੍ਹਾ ਨੇ ਇਹਨਾਂ ਦੀ ਵਿਸ਼ੇਸ਼ ਕਰਕੇ ਸੰਭਾਲ ਕਰਵਾ ਰਹੇ ਹਾਂ। ਜਦੋਂ ਤੁਸੀਂ ਆਉਂਦੇ ਸਾਲ ਨੂੰ ਇੱਥੇ ਆਓਗੇ ਤੁਹਾਨੂੰ ਕੁਝ ਹੋਰ ਇੱਥੇ ਵਧੀਆ ਵੇਖਣ ਨੂੰ ਪ੍ਰਾਪਤ ਹੋਵੇਗਾ। ਬਹੁਤ ਚੰਗੇ ਸੁਭਾਅ ਦੇ ਸਨ। ਵਿਰਾਸਤੀ ਜਗ੍ਹਾ ਦਾ ਉਹਨਾਂ ਨੇ ਬਹੁਤ ਸੇਵਾ ਸੰਭਾਲ ਵਾਸਤੇ ਪ੍ਰਬੰਧ ਕੀਤਾ। ਸਾਨੂੰ ਬਹੁਤ ਆਓ ਭਗਤ ਕੀਤੀ। ਉੱਥੇ ਗੁਜਰਾਂਵਾਲੇ ਦੇ ਅੰਦਰ ਹੀ ਸਾਧ ਸੰਗਤ ਜੀ ਸਰਦਾਰ ਹਰੀ ਸਿੰਘ ਨਲੂਏ ਦੀ ਹਵੇਲੀ ਮੌਜੂਦ ਹੈ। ਇੱਥੇ ਸਰਦਾਰ ਦਾ ਜਨਮ ਹੋਇਆ। ਮਹਾਰਾਜੇ ਦੀ ਫੌਜ ਵਿੱਚ ਸਰਦਾਰ ਦਾ ਭਰਤੀ ਹੋਣਾ ਅਤੇ ਸੁੰਦਰ ਸਰੂਪ, ਉੱਚਾ ਲੰਮਾ ਕੱਦ ਕਾਠ। ਜਦੋਂ ਸ਼ੇਰੇ ਪੰਜਾਬ ਜੀ 2 ਦਰਬਾਰ ਲਾਇਆ ਕਰਦੇ ਸੀ ਵੱਡੇ। ਇੱਕ ਤਾਂ ਦੁਸ਼ਹਿਰੇ ਨੂੰ ਖਾਲਸਾ ਦਰਬਾਰ ਲੱਗਦਾ ਹੁੰਦਾ ਸੀ, ਇੱਕ ਸਾਧ ਸੰਗਤ ਜੀ ਬਸੰਤੀ ਦਰਬਾਰ ਜਿਹਨੂੰ ਕਹਿੰਦੇ ਸੀ ਉਦੋਂ ਖਾਲਸਾ ਦਰਬਾਰ ਲੱਗਦਾ ਹੁੰਦਾ ਸੀਗਾ। ਇਸ ਦੋਵਾਂ ਮੌਕਿਆਂ ਤੇ ਜੋ ਫੌਜੀ ਸ਼ਕਤੀ ਸੀ ਮਹਾਰਾਜਾ ਆਪਣੀ ਫੌਜੀ ਸ਼ਕਤੀ ਦਾ ਨਿਰੀਖਣ ਕਰਿਆ ਕਰਦੇ। ਕਿਹੜੇ ਕਿਹੜੇ ਜਰਨੈਲ ਥੱਲੇ ਕਿੰਨੀ ਕਿੰਨੀ ਘੋੜਸਵਾਰ ਫੌਜ ਹੈ, ਕਿੰਨੇ ਕਿੰਨੇ ਜਾਂਬਾਜ਼ ਸ਼ੂਰਮੇ ਜਿਹੜੇ ਅੱਗੇ ਵੱਧ ਕੇ ਦੁਸ਼ਮਣ ਦਾ ਟਾਕਰਾ ਕਰ ਸਕਦੇ ਹੈ। ਸ਼ਸਤਰ ਵਿੱਦਿਆ ਦੇ ਜੌਹਰ ਮਹਾਰਾਜਾ ਸਾਹਿਬ ਆਪ ਵੇਖਿਆ ਕਰਦੇ। ਫੌਜ ਕੋਲੋਂ ਸਲਾਮੀ ਜਿਹੜਾ ਸੀ ਮਾਰਚ, ਉਹ ਸਲਾਮੀ ਆਪ ਲਿਆ ਕਰਦੇ ਖਲੋ ਕਰਕੇ। ਜਿੱਥੇ ਮਹਾਰਾਜਾ ਸਾਹਿਬ 2 ਥਾਵਾਂ ਨੇ ਲਾਹੌਰ ਦੇ ਅੰਦਰ ਜਿੱਥੇ ਮਹਾਰਾਜਾ ਸਾਹਿਬ ਖਾਲਸਾ ਦਰਬਾਰ ਲਾਇਆ ਕਰਦੇ, ਜਿੱਥੇ ਫੌਜਾਂ ਦਾ ਮਾਰਚ ਪਾਸ ਵੇਖਦੇ, ਉਹ ਤਾਂ ਸਾਧ ਸੰਗਤ ਜੀ ਬਾਹਰ ਖੁੱਲ੍ਹੇ ਥਾਂ 'ਤੇ ਹੈ। ਜਿੱਥੇ ਮਹਾਰਾਜੇ ਨੂੰ ਅਮੀਰ ਵਜ਼ੀਰ ਨਜ਼ਰਾਨੇ ਭੇਟ ਕਰਿਆ ਕਰਦੇ, ਉਹ ਕਿਲ੍ਹੇ ਦੇ ਅੰਦਰ ਬਣਿਆ ਹੋਇਆ ਤਖਤ ਮੌਜੂਦ ਹੈ। ਤੇ ਉਹਨਾਂ ਨੂੰ ਜਿਹੜੇ ਗਾਈਡ ਉੱਥੇ ਦੱਸਦੇ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਇਹ ਜਿਹੜਾ ਚਬੂਤਰਾ ਹੈ, ਇਹ ਤਖਤ ਹੈ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਬਣਾਇਆ। ਤੇ ਉਹੋ ਹੀ ਉਹ ਸਾਧ ਸੰਗਤ ਜੀ ਬਣਿਆ ਹੋਇਆ ਜਿਹੜਾ ਨਿੱਕੀ ਇੱਟਾਂ ਦਾ ਤਖਤ, ਜਿਹਦੇ ਉੱਤੇ ਸੋਨੇ ਦਾ ਉਹ ਤਖਤ ਰੱਖ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਬੈਠਦੇ ਹੁੰਦੇ ਸੀਗੇ। ਸਰਦਾਰ ਹਰੀ ਸਿੰਘ ਨਲੂਏ ਦਾ ਸੁੰਦਰ ਸਰੂਪ ਤੇ ਸੋਹਣਾ ਕੱਦ ਕਾਠ ਵੇਖ ਕਰਕੇ ਮਹਾਰਾਜੇ ਨੇ ਉਹਨਾਂ ਹੀ ਮਾਰਚ ਦੀਆਂ ਸਲਾਮੀਆਂ ਵਿੱਚੋਂ ਸਰਦਾਰ ਨੂੰ ਪਹਿਚਾਣਿਆ ਅਤੇ ਆਪਣੇ ਨਿੱਜੀ ਅੰਗ ਰੱਖਿਅਕਾਂ ਦੇ ਵਿੱਚ ਭਰਤੀ ਕਰ ਲਿਆ। ਸਰਦਾਰ ਹਰੀ ਸਿੰਘ ਨਲੂਆ ਐਡਾ ਬਲੀ ਬਹਾਦਰ ਸੀਗਾ। ਜਦੋਂ ਨਲੂਏ ਦਾ ਖਿਤਾਬ ਇਹਨਾਂ ਨੂੰ ਮਿਲਿਆ
ਕਹਿੰਦੇ ਸ਼ੇਰੇ ਪੰਜਾਬ ਜੀ ਸ਼ਿਕਾਰ ਖੇਡਣ ਨਿਕਲੇ ਸਨ ਤੇ ਜਿੱਧਰ ਨੂੰ ਉਹਨਾਂ ਦਾ ਮੁੱਖ ਸੀਗਾ ਉਸ ਤੋਂ ਪਿਛਲੇ ਪਾਸਿਓਂ ਸ਼ੇਰ ਨੇ ਝਾੜੀ ਵਿੱਚੋਂ ਨਿਕਲ ਕੇ ਮਹਾਰਾਜੇ ਦੇ ਉੱਤੇ ਛਾਲ ਭਰ ਦਿੱਤੀ। ਜਿੰਨੇ ਚਿਰ ਨੂੰ ਕਿ ਸ੍ਰੀ ਸਾਹਿਬ ਖਿੱਚਦੇ ਇੰਨੇ ਚਿਰ ਨੂੰ ਸ਼ੇਰ ਦਾ ਜਿਹੜਾ ਹਮਲਾ ਸੀ ਮਹਾਰਾਜੇ ਦੇ ਉੱਤੇ ਹੋ ਜਾਣਾ ਸੀ। ਸਰਦਾਰ ਹਰੀ ਸਿੰਘ ਨਲੂਏ ਨੇ ਸ੍ਰੀ ਸਾਹਿਬ ਖਿੱਚਣ ਤੋਂ ਬਿਨਾਂ ਹੀ ਸ਼ੇਰ ਦੇ ਆਉਂਦੇ ਜਬਾੜਿਆਂ ਦੇ ਵਿੱਚੋਂ ਦੋਵੇਂ ਬਾਹਾਂ ਦੇ ਨਾਲ ਇਹੋ ਜਿਹਾ ਉਹਨੂੰ ਪਟਕਾ ਮਾਰਿਆ ਕਿ ਪਛਾੜ ਕੇ ਧਰਤੀ ਤੇ ਸਿੱਟ ਦਿੱਤਾ। ਦੂਸਰੀ ਛਾਲ ਜਿੰਨੇ ਚਿਰ ਨੂੰ ਭਰਨੀ ਸੀ ਸ੍ਰੀ ਸਾਹਿਬ ਖਿੱਚ ਕੇ ਸ਼ੇਰ ਨੂੰ ਚਿੱਤ ਕਰ ਦਿੱਤਾ। ਇਹ ਏਡੀ ਵੱਡੀ ਬਹਾਦਰੀ ਵੇਖ ਕਰਕੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਭਰੇ ਦਰਬਾਰ ਦੇ ਅੰਦਰ ਆਪ ਨੂੰ ਨਲ ਰਾਜਾ ਇੱਕ ਹੋਇਆ ਬੜਾ ਬਹਾਦਰ, ਉਸ ਦੀ ਬਹਾਦਰੀ ਦੇ ਕਿੱਸੇ ਹੋਣ ਕਰਕੇ ਮਹਾਰਾਜੇ ਨੇ ਫਿਰ ਸਰਦਾਰ ਹਰੀ ਸਿੰਘ ਨੂੰ ਇਹ ਨਲੂਏ ਦਾ ਖਿਤਾਬ ਜਿਹੜਾ ਸੀ ਦਿੱਤਾ। ਤੇ ਜਿੱਥੇ ਫਿਰ ਖਾਲਸਾ ਰਾਜ ਦੇ ਅੰਦਰ ਥਾਂ ਪਰ ਥਾਂ ਲੋੜ ਪੈਂਦੀ ਸੀ, ਸ਼ੇਰੇ ਪੰਜਾਬ ਜੀ ਸਰਦਾਰ ਹਰੀ ਸਿੰਘ ਨਲੂਏ ਨੂੰ ਉੱਥੇ ਭੇਜਦੇ ਅਤੇ ਉੱਥੋਂ ਦਾ ਪ੍ਰਬੰਧ ਜਿਹੜਾ ਸੀ ਸਰਦਾਰ ਨੇ ਬਾਖੂਬੀ ਨਿਭਾਇਆ। ਜਿਵੇਂ ਸਾਡਾ ਇਤਿਹਾਸ ਜ਼ਿਕਰ ਕਰਦਾ ਹੈ, ਜਿਵੇਂ ਸਾਧ ਸੰਗਤ ਜੀ ਸਿੱਖੀ ਸਰੂਪ ਨੂੰ ਮੀਡੀਏ ਵਿੱਚ ਪੇਸ਼ ਕਰਨ ਵਾਲੇ ਐਵੇਂ ਫੀਮੀ ਤੇ ਅਮਲੀ ਜਿਹਾ ਪੇਸ਼ ਕਰ ਦਿੰਦੇ ਹੈ, ਦਿਖਾ ਦਿੰਦੇ ਹੈ ਕਿ ਇਹ ਨਿਕੰਮੇ ਜਿਹੇ ਹੈ, ਕੁਝ ਨਹੀਂ ਕਰਨ ਜੋਗੇ। ਪਰ ਉਹ ਸਿੱਖੀ ਸਰੂਪ ਸਰਦਾਰ ਹਰੀ ਸਿੰਘ ਨਲੂਆ ਗਵਰਨਰ ਆਫ ਕਾਬਲ ਰਹਿ ਕਰਕੇ ਜਿਨ੍ਹਾਂ ਨੇ ਖਾਲਸਾ ਪੰਥ ਵਿੱਚ ਸਾਧ ਸੰਗਤ ਜੀ ਸੇਵਾ ਕੀਤੀ, ਫਿਰ ਗਵਰਨਰ ਆਫ ਕਸ਼ਮੀਰ ਰਹੇ ਸਰਦਾਰ ਹਰੀ ਸਿੰਘ ਨਲੂਆ। ਪਠਾਣਾਂ ਦੇ ਅੰਦਰ ਉਹਨਾਂ ਦੀ ਐਡੀ ਧਾਕ ਜੰਮੀ ਹੋਈ ਹੈ, ਦਰੇ ਦੇ ਅੰਦਰ ਕਹਿੰਦੇ ਅੱਜ ਵੀ ਕਿਸੇ ਗੌਰਮੈਂਟ ਦਾ ਰਾਜ ਨਹੀਂ ਹੈ। ਤੇ ਉਸ ਦਰਾ ਖੈਬਰ ਦੇ ਅੰਦਰ ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਅੱਜ ਵੀ ਜੇ ਪਠਾਣੀਆਂ ਦਾ ਬੱਚਾ ਨਾ ਸੌਵੇਂ ਤੇ ਉਹਨੂੰ ਕਹਿੰਦੇ ਆ ਤੈਨੂੰ ਨਲੂਆ ਪਵੇ, ਆ ਗਿਆ ਹਰੀ ਸਿੰਘ ਸੌਂ ਜਾ। ਇਉਂ ਹਰੀ ਸਿੰਘ ਨਲੂਏ ਦਾ ਅੱਜ ਵੀ ਡਰਾਵਾ ਪਾਇਆ ਜਾਂਦਾ, ਅਖਾਣਾ ਬਣ ਗਈਆਂ ਉੱਥੇ। ਸਰਦਾਰ ਦਾ ਐਡਾ ਜ਼ਬਾ ਸੀ ਕਿ ਪਠਾਣ ਉਹਦਾ ਨਾਮ ਸੁਣ ਕਰਕੇ ਡਰਦੇ ਸੀ। ਦੁਸ਼ਮਣਾਂ ਦੇ ਅੰਦਰ ਉਹਦਾ ਨਾਮ ਸੁਣ ਕੇ ਹੀ ਹੌਸਲੇ ਪਸਤ ਹੋ ਜਾਇਆ ਕਰਦੇ ਸੀਗੇ। ਸਰਦਾਰ ਨੇ ਜੋ ਏਸ਼ੀਆ ਦੀ ਮੰਨੀ ਗਈ ਪਠਾਣਾਂ ਦੀ ਕੌਮ ਹੈ, ਇਹਨਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ ਸੀ ਤੇ ਖਾਲਸਾ ਰਾਜ ਦੀਆਂ ਨੀਹਾਂ ਮਜ਼ਬੂਤ ਕੀਤੀਆਂ। ਜਦੋਂ ਸਾਧ ਸੰਗਤ ਜੀ ਜਮਰੌਦ ਦੇ ਕਿਲੇ ਦੇ ਅੰਦਰ ਸਰਦਾਰ ਹਰੀ ਸਿੰਘ ਨਲੂਏ ਦਾ ਸਮਾਧਾ ਬਣਿਆ ਹੋਇਆ, ਉੱਥੇ ਕੋਈ ਵਿਰਲੇ ਟਾਵੇਂ ਜਿਹੜੇ ਹੈ ਉਹ ਯਾਤਰੂ ਜਾਂਦੇ ਹੈ। ਸਿਕਿਉਰਿਟੀ ਰੀਜਨ ਤੋਂ ਪਾਕਿਸਤਾਨ ਗੌਰਮੈਂਟ ਕਈਆਂ ਨੂੰ ਉੱਥੇ ਜਾਣ ਦੀ ਪਰਮਿਸ਼ਨ ਵੀ ਨਹੀਂ ਦਿੰਦੀ। ਸਰਦਾਰ ਹਰੀ ਸਿੰਘ ਨਲੂਏ ਦਾ ਉੱਥੇ ਸ਼ਹੀਦ ਹੋਣ ਦਾ ਸਾਧ ਸੰਗਤ ਜੀ ਇਹ ਜ਼ਿਕਰ ਹੈ ਕਿ ਪਠਾਣਾਂ ਨੇ ਬਹੁਤ ਵੱਡਾ ਜਮਰੌਦ ਨੂੰ ਘੇਰਾ ਪਾਇਆ ਕਿ ਜਮਰੌਦ ਦਾ ਇੱਕ ਇਹੋ ਜਿਹਾ ਕਿਲਾ ਸੀ ਜਿਹੜਾ ਕਾਬਲ ਦੀਆਂ ਮੁਹਿੰਮਾਂ ਨੂੰ ਸਾਰੀਆਂ ਨੂੰ ਠੱਲ ਪਾਉਂਦਾ ਸੀ। ਇਹ ਸਰਦਾਰ ਨੇ ਬੜਾ ਜ਼ਬਰਦਸਤ ਇੱਥੇ ਖਾਲਸਾ ਰਾਜ ਦਾ ਇਹ ਮੁਕਾਮ ਬਣਾਇਆ ਤੇ ਬੜੀ ਜੱਦੋ ਜਹਿਦ ਨਾਲ ਇਸ ਕਿਲੇ ਨੂੰ ਸਰਦਾਰ ਨੇ ਹਾਸਲ ਕੀਤਾ ਸੀ। ਤੇ ਜਿਸ ਵਕਤ ਲਾਹੌਰ ਦੇ ਦਰਬਾਰ ਦੇ ਅੰਦਰ ਇਹ ਖਬਰਾਂ ਪਹੁੰਚੀਆਂ ਕਿ ਜਮਰੌਦ ਵਿਖੇ ਪਠਾਣਾਂ ਨੇ ਇਕੱਠਿਆਂ ਹੋ ਕਰਕੇ ਹਮਲਾ ਕਰ ਦਿੱਤਾ ਹੈ, ਜੋ ਧਿਆਨ ਸਿੰਘ ਡੋਗਰਾ ਸੀ, ਇਹਦੇ ਅੱਖਾਂ ਦੇ ਸਾਹਮਣੇ ਸਰਦਾਰ ਹਰੀ ਸਿੰਘ ਨਲੂਆ ਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਇਹੋ ਜਿਹੇ ਦੋ ਕਾਂਟੇ ਸਨ ਜਿਨ੍ਹਾਂ ਨੂੰ ਇਹ ਸੋਚਦਾ ਸੀ ਕਿ ਜਿੰਨਾ ਚਿਰ ਪਰੇ ਨਾ ਕੀਤਾ ਮੈਨੂੰ ਮੇਰੀ ਜਿਹੜੀ ਹੈ ਇਰਾਦੇ ਵਿੱਚ ਕਾਮਯਾਬੀ ਨਹੀਂ ਮਿਲ ਸਕਦੀ। ਮੈਂ ਆਪਣੇ ਪੁੱਤਰ ਹੀਰਾ ਸਿੰਘ ਡੋਗਰੇ ਨੂੰ ਖਾਲਸਾ ਰਾਜ ਦੇ ਇਸ ਤਖਤ ਤੇ ਬੈਠਾ ਨਹੀਂ ਵੇਖ ਸਕਦਾ। ਇਸ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਦੇ ਖਿਲਾਫ ਵੀ ਮਹਾਰਾਜਾ ਸਾਹਿਬ ਦੇ ਕੰਨ ਭਰਨੇ, ਕਦੇ ਸਰਦਾਰ ਹਰੀ ਸਿੰਘ ਨਲੂਏ ਦੇ ਖਿਲਾਫ ਕੰਨ ਭਰਨੇ, ਪਰ ਮਹਾਰਾਜਾ ਸਾਹਿਬ ਸਰਦਾਰ ਹਰੀ ਸਿੰਘ ਨਲੂਏ ਨਾਲ ਬਹੁਤ ਪਿਆਰ ਕਰਦੇ ਸੀ, ਅਕਾਲੀ ਜੀ ਦਾ ਬਹੁਤ ਸਤਿਕਾਰ ਕਰਿਆ ਕਰਦੇ। ਜਿਸ ਵਕਤ ਇੱਥੇ ਖਾਲਸਾ ਰਾਜ ਦੇ ਅੰਦਰ ਦਰਬਾਰ ਦੇ ਅੰਦਰ ਇਹ ਖਬਰ ਪਹੁੰਚੀ, ਧਿਆਨ ਸਿੰਘ ਡੋਗਰੇ ਨੇ ਖਬਰ ਸ਼ੇਰੇ ਪੰਜਾਬ ਜੀ ਨੂੰ ਨਹੀਂ ਦਿੱਤੀ।
ਫੌਜੀ ਇਮਦਾਦ ਸਰਦਾਰ ਹਰੀ ਸਿੰਘ ਨਲੂਏ ਨੂੰ ਲਾਹੌਰ ਤੋਂ ਨਹੀਂ ਗਈ, ਫਿਰ ਵੀ ਬਲੀ ਬਹਾਦਰ ਸੂਰਮਾ ਬੜੀ ਵੀਰਤਾ ਨਾਲ ਲੜਿਆ। ਇਸ ਯੁੱਧ ਦੇ ਅੰਦਰ ਸਰਦਾਰ ਦੀ ਸ਼ਹਾਦਤ ਦਾ ਹੋਣਾ, ਕਿਉਂਕਿ ਮੁੱਠੀ ਭਰ ਫੌਜ ਲੈ ਕੇ ਸਰਦਾਰ ਨੇ ਕਿਲੇ ਤੋਂ ਬਾਹਰ ਨਿਕਲ ਕੇ ਦੋ ਹੱਥ ਕੀਤੇ ਪਠਾਣਾਂ ਦੇ ਨਾਲ, ਤੇ ਪਠਾਨ ਜਦੋਂ ਦੂ-ਬਦੂ ਲੜਾਈ ਦੇ ਅੰਦਰ ਸਰਦਾਰ ਹਰੀ ਸਿੰਘ ਨਲੂਏ ਦਾ ਸਾਹਮਣਾ ਨਹੀਂ ਸੀ ਕਰ ਸਕਦੇ, ਕਿਉਂਕਿ ਸਰਦਾਰ ਤਲਵਾਰ ਦਾ ਐਡਾ ਧਨੀ ਸੀ, ਇਸ ਦੇ ਸਾਹਮਣੇ ਨਹੀਂ ਸੀ ਕੋਈ ਅੜਦਾ। ਜਦੋਂ ਸਰਦਾਰ ਦੀ ਛਾਤੀ ਵਿੱਚ ਦੂਰੋਂ ਗੋਲੀਆਂ ਮਾਰੀਆਂ, ਬਹੁਤ ਗੰਭੀਰ ਫੱਟੜ ਹੋ ਗਿਆ, ਤੇ ਸਰਦਾਰ ਦਾ ਘੋੜਾ ਇੰਨਾ ਸਿਆਣਾ ਸੀ, ਘੋੜਾ ਬਹੁਤ ਜਲਦੀ ਦੇ ਨਾਲ ਦੌੜਦਾ ਹੋਇਆ ਕਿਲੇ ਦੇ ਅੰਦਰ ਪ੍ਰਵੇਸ਼ ਕਰ ਗਿਆ। ਸਰਦਾਰ ਨੇ ਆਪਣੇ ਅਖੀਰਲੇ ਸਵਾਸ ਕਿਲੇ ਦੇ ਅੰਦਰ ਆ ਕਰਕੇ ਲਏ। ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ, ਖਾਲਸਾ ਜੀ, ਮੇਰੇ ਸ਼ਹੀਦ ਹੋਣ ਦੀ ਖਬਰ ਲਾਹੌਰ ਨਾ ਭੇਜਿਓ ਜਿੰਨਾ ਚਿਰ ਯੁੱਧ ਫਤਿਹ ਨਾ ਹੋਵੇ, ਕਿਉਂਕਿ ਸਰਦਾਰ ਨੂੰ ਪਤਾ ਸੀ ਲਾਹੌਰ ਮੇਰੇ ਸ਼ਹੀਦ ਹੋਣ ਦੀ ਖਬਰ ਜਾਵੇਗੀ, ਇਮਦਾਦ ਸਾਡੇ ਕੋਲ ਪਹੁੰਚਣ ਤੋਂ ਪਹਿਲਾਂ ਦੁਸ਼ਮਣ ਨੂੰ ਮੇਰੀ ਸ਼ਹੀਦੀ ਦੀ ਖਬਰ ਮਿਲ ਜਾਵੇਗੀ, ਕਿਉਂਕਿ ਸਰਦਾਰ ਉਹਨਾਂ ਗਦਾਰਾਂ ਨੂੰ, ਨਿਮਕ ਹਰਾਮੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ। ਇਸ ਕਰਕੇ ਸਰਦਾਰ ਨੇ ਕਿਹਾ ਕਿ ਮੇਰੀ ਸ਼ਹੀਦੀ ਦੀ ਖਬਰ ਲਾਹੌਰ ਨਾ ਭੇਜਿਓ। ਜਦੋਂ ਅਖੀਰਲੇ ਸਵਾਸ ਪੂਰੇ ਕੀਤੇ, ਕਿਹਾ ਕਿ ਖਾਲਸਾ ਰਾਜ ਦੀ ਸਲਾਮਤੀ ਵਾਸਤੇ ਜਿੰਨਾ ਚਿਰ ਤੁਹਾਡੇ ਅੰਦਰ ਸਵਾਸ ਚੱਲਦੇ ਉਹਨਾਂ ਚਿਰ ਜੂਝ ਮਰੋ। ਤੇ ਇਹ ਵੀ ਜ਼ਿਕਰ ਆਉਂਦਾ ਕਿ ਸਰਦਾਰ ਨੇ ਕਿਹਾ ਕਿ ਮੇਰੀ ਦੇਹੀ ਜਿਹੜੀ ਹੈ ਉਹ ਸਰਾਣਿਆਂ ਦੇ ਆਸਰੇ ਅੜੇਸਾਂ ਲਾ ਕਰਕੇ ਮਮਟੀ ਦੇ ਉੱਤੇ ਮੈਨੂੰ ਤਖਤ ਤੇ ਬਿਠਾ ਦਿਓ, ਜਿੰਨਾ ਚਿਰ ਮੈਂ ਦੁਸ਼ਮਣ ਨੂੰ ਜਿਉਂਦਾ ਸਾਹਮਣੇ ਦਿਸਦਾ ਰਹਾਂਗਾ, ਕਿਲੇ ਦੇ ਅੰਦਰ ਆਉਣ ਦਾ ਉਹਨਾਂ ਦਾ ਹੌਸਲਾ ਨਹੀਂ ਪਵੇਗਾ। ਇਉਂ ਸਾਧ ਸੰਗਤ ਜੀ, ਯੁੱਧ ਤਾਂ ਸਿੰਘਾਂ ਨੇ ਫਤਿਹ ਕੀਤਾ, ਪਰ ਬਹੁਤ ਵੱਡਾ ਘਾਟਾ ਪਿਆ। ਖਾਲਸਾ ਰਾਜ ਦਾ ਉਹ ਤਖਤ ਤੇ ਖਾਲਸਾ ਰਾਜ ਦੇ ਤਖਤ ਦਾ ਇੱਕ ਬਹੁਤ ਮਜ਼ਬੂਤ ਪਾਵਾ ਸਰਦਾਰ ਹਰੀ ਸਿੰਘ ਨਲੂਆ, ਜਦੋਂ ਇਹ ਤਖਤ ਦਾ ਪਾਵਾ ਟੁੱਟਿਆ, ਸਾਧ ਸੰਗਤ ਜੀ, ਉਹ ਕਦੇ ਭਰਪਾਈ ਨਾ ਹੋ ਸਕੀ। ਕਦੇ ਉਹੋ ਜਿਹਾ ਫਿਰ ਸਰਦਾਰ ਵਰਗਾ ਜਾਂਬਾਜ਼ ਯੋਧਾ ਪੰਥ ਦੀ, ਖਾਲਸਾ ਰਾਜ ਦੀ ਅਗਵਾਈ ਕਰਨ ਵਾਸਤੇ ਕੋਈ ਅੱਗੇ ਨਾ ਆ ਸਕਿਆ। ਜਦੋਂ ਆਖਰ ਫਿਰ ਖਬਰ ਜਾਣੀ ਸੀ, ਕਹਿੰਦੇ ਨੇ ਜਦੋਂ ਸਰਦਾਰ ਦੀ ਸ਼ਹਾਦਤ ਦੀ ਖਬਰ ਲਾਹੌਰ ਪਹੁੰਚੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਭੁੱਬਾਂ ਮਾਰ ਕੇ ਰੋਏ। ਤੇ ਉਸ ਸਮੇਂ ਕਹਿੰਦੇ ਆ ਇਤਿਹਾਸਕਾਰਾਂ ਜ਼ਿਕਰ ਕੀਤੇ ਆ ਕਿ ਧਿਆਨ ਸਿੰਘ ਡੋਗਰੇ ਦੀ ਲੱਤ ਤੇ ਗੜਵਾ ਮਾਰ ਕੇ ਸ਼ੇਰੇ ਪੰਜਾਬ ਨੇ ਦੀ ਲੱਤ ਤੋੜ ਦਿੱਤੀ ਸੀ। ਆਖਿਆ, ਉਹ ਨਿਮਕ ਹਰਾਮੀਆਂ, ਤੂੰ ਮੈਨੂੰ ਖਬਰ ਨਹੀਂ ਦਿੱਤੀ। ਸਰਦਾਰ ਦੇ ਸ਼ਹੀਦ ਹੋ ਜਾਣ ਤੇ ਇਉਂ ਇਤਿਹਾਸਕਾਰ ਜ਼ਿਕਰ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਇਕਲਵੰਜੇ ਬਰਾਗ ਕਰਿਆ ਕਰਦੇ, ਆਖਿਆ ਕਰਦੇ ਕਿ ਸਰਦਾਰ ਹਰੀ ਸਿਆਂ, ਜੇ ਮੇਰੇ ਕੋਲ ਸੋਇਨੇ ਦੀ ਪੌੜੀ ਹੋਵੇ ਤੇ ਮੈਂ ਉਹ ਲਾ ਕੇ ਤੈਨੂੰ ਸਵਰਗਾਂ ਚੋਂ ਲਾ ਲਵਾਂ। ਤੇਰੇ ਤੋਂ ਬਿਨਾਂ ਮੈਨੂੰ ਸੰਮਣ ਬੁਰਜ ਵੱਢ ਵੱਢ ਖਾਂਦਾ ਏ, ਤੇਰੇ ਤੋਂ ਬਿਨਾਂ ਮੈਂ ਆਪਣਾ ਰਾਜ ਕਿਵੇਂ ਚਲਾ ਸਕਾਂਗਾ। ਇੰਨਾ ਪਿਆਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਸਰਦਾਰ ਹਰੀ ਸਿੰਘ ਨਲੂਏ ਨਾਲ ਕਰਦੇ। ਤੇ ਸਰਦਾਰ ਦੇ ਬਣੇ ਹੋਏ ਉਸ ਸਮਾਧੇ ਨੂੰ, ਭਾਵੇਂ ਕਿ ਸਾਧ ਸੰਗਤ ਜੀ ਪੰਥ ਦੇ ਅੰਦਰ ਇਹ ਰਵਾਇਤ ਨਹੀਂ ਹੈ, ਕਿਉਂਕਿ ਆਪਾਂ ਤਾਂ ਜਿਹੜਾ ਹੈ ਸ਼ਸਤਰ ਦਾ ਤੇ ਬਾਣੀ ਦਾ ਪੂਜਨ ਸਤਿਗੁਰਾਂ ਸਾਨੂੰ ਦੱਸਿਆ, ਪਰ ਉੱਥੋਂ ਦੇ ਜਿਹੜੇ ਵਸਨੀਕ ਲੋਕ ਹੈ ਨਾ, ਉਹ ਸਰਦਾਰ ਹਰੀ ਸਿੰਘ ਨਲੂਏ ਦੇ ਸਮਾਧੇ ਦਾ ਪੂਜਨ ਕਰਦੇ ਆ, ਮੱਥਾ ਟੇਕਦੇ ਉੱਥੇ ਜਾ ਕੇ ਕਿ ਇਹੋ ਜਿਹਾ ਜਾਂਬਾਜ਼ ਯੋਧਾ, ਇਹੋ ਜਿਹਾ ਸਿਰਲੱਥ ਯੋਧਾ ਧਰਤੀ ਤੇ ਵਾਰ-ਵਾਰ ਨਹੀਂ ਪੈਦਾ ਹੁੰਦਾ। ਤੇ ਇਹ ਵੀ ਖਬਰਾਂ ਪ੍ਰਚਲਿਤ ਹੋਈਆਂ ਸੀਗੀਆਂ ਕਿ ਅਮਰੀਕਾ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਉਸ ਹਿਸਟਰੀ ਨੂੰ ਵੇਖ ਕਰਕੇ ਬੁੱਤ ਲਾਉਣ ਵਾਸਤੇ ਜਦੋਂ ਫੈਸਲਾ ਲਿਆ ਗਿਆ, ਤੇ ਸਿੱਖ ਵਿਰੋਧੀਆਂ ਨੇ ਬਹੁਤ ਜ਼ਿਆਦਾ ਤੇ ਸਮੇਂ ਹਾਰ ਪਾਰਿਆ ਕੀਤੀ ਕਿ ਇਹ ਤਾਂ ਨਹੀਂ ਲੱਗਣਾ ਚਾਹੀਦਾ। ਵੇਖੋ, ਜਿਨ੍ਹਾਂ ਨੂੰ ਅੱਜ ਵੀ ਹਿਸਟਰੀ ਪੜ੍ਹਨ ਦਾ ਸ਼ੌਂਕ ਹੈ, ਹਿਸਟਰੀ ਨੂੰ ਵੇਖਦੇ ਹੈ, ਤੇ ਸਾਧ ਸੰਗਤ ਜੀ ਉਹ 18ਵੀਂ ਸਦੀ ਦਾ ਇਤਿਹਾਸ, ਸਿੱਖਾਂ ਦੀਆਂ ਕੁਰਬਾਨੀਆਂ,
ਵਿਸ਼ਾਲ ਖਾਲਸਾ ਰਾਜ, ਉਹਨਾਂ ਨੂੰ ਉਹ ਸਾਰਾ ਕੁਝ ਸਾਹਮਣੇ ਦਿਖਾਈ ਦਿੰਦਾ ਹੈ। 19 ਵਿਸਾਖ 1894 ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ। ਜਿਵੇਂ ਵਾਹਿਗੁਰੂ ਨੂੰ ਭਾਉਂਦਾ ਏ, ਇਤਿਹਾਸਕਾਰਾਂ ਦੀਆਂ ਕਿਆਸ ਰਾਈਆਂ ਕਿ ਜੇ ਸਰਦਾਰ ਹਰੀ ਸਿੰਘ ਨਲੂਆ ਜਿਉਂਦੇ ਹੁੰਦੇ ਤੇ ਸ਼ਾਇਦ ਆਪਣੇ ਪੁੱਤਰ ਦੀ ਥਾਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਪਣੇ ਜਾਂਬਾਜ਼ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੂੰ ਖਾਲਸਾ ਰਾਜ ਦਾ ਵਾਰਸ ਥਾਪ ਦਿੰਦੇ। ਕਿਉਂਕਿ ਇਹ ਸਾਧ ਸੰਗਤ ਜੀ ਐਵੇਂ ਕਹਿਣ ਮਾਤਰ ਨਹੀਂ, ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਦਾ ਸਿੱਕਾ ਚਲਾ ਦੇਣਾ ਇਹ ਸ਼ੇਰੇ ਪੰਜਾਬ ਜੀ ਦੇ ਰਾਜ ਦੇ ਸਮੇਂ ਮਹਾਰਾਜੇ ਦੇ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਿੰਨਾ ਸਰਦਾਰ ਹਰੀ ਸਿੰਘ ਨਲੂਏ ਨਾਲ ਸ਼ੇਰੇ ਪੰਜਾਬ ਜੀ ਪਿਆਰ ਕਰਦੇ। ਪਰ ਜਿਵੇਂ ਵਾਹਿਗੁਰੂ ਜੀ ਨੂੰ ਪਾਉਂਦਾ ਹੈ, ਸੁੰਨਸਾਨ ਪਿਆ ਹੋਇਆ ਉਹ ਕਿਲਾ ਜਿੱਥੇ ਕਦੇ ਖਾਲਸਾ ਦਰਬਾਰ ਲੱਗਦਾ ਸੀ, ਕਦੇ ਫਾਨੂਸ ਜਗਦੇ ਸਨ, ਕਦੇ ਅਤਰ ਤੇ ਫੁਲੇਲਾਂ ਉੱਡਦੀਆਂ ਸੀਗੀਆਂ। ਸ਼ੇਰੇ ਪੰਜਾਬ ਜੀ ਜਿੱਥੇ ਸੋਨੇ ਦੇ ਤਖਤ ਤੇ ਬੈਠਿਆ ਕਰਦੇ ਸੀ ਤੇ ਸੰਸਾਰ ਭਰ ਦੇ ਜਰਨੈਲ ਜਿਹੜੇ ਸੀ ਨਾ, ਉਹ ਮਹਾਰਾਜੇ ਦੇ ਅੱਗੇ ਅਰਜ਼ੀਆਂ ਦਿਆ ਕਰਦੇ ਸੀ ਕਿ ਮਹਾਰਾਜਾ ਸਾਹਿਬ ਸਾਨੂੰ ਨੌਕਰ ਰੱਖ ਲਓ ਆਪਣੀ ਫੌਜ ਦੇ ਅੰਦਰ। ਇੱਕ ਅੰਗਰੇਜ਼ ਨੇ ਹੱਥ ਦੀ ਪੇਂਟਿੰਗ ਹੈ, ਅਸਲੀ ਪੇਂਟਿੰਗ ਉੱਥੇ ਲਾਹੌਰ ਦੇ ਅੰਦਰ ਪਈ ਹੈ, ਜੋ ਸ਼ੇਰੇ ਪੰਜਾਬ ਜੀ ਦੀ ਵੰਸ਼ ਵਿੱਚ ਮਹਾਰਾਣੀ ਬੰਬਾ ਹੋਈ ਹੈ। ਉਹਨੇ ਉਹ ਜਿਹੜਾ ਸਾਧ ਸੰਗਤ ਜੀ ਮਿਊਜ਼ੀਅਮ ਉਹਨੂੰ ਬੜੀ ਮਿਹਨਤ ਕਰਕੇ ਤਿਆਰ ਕਰਵਾਇਆ। ਤੇ ਉਹ ਉਸ ਸਮੇਂ ਕਿਸੇ ਅੰਗਰੇਜ਼ ਨੇ ਪੇਂਟਿੰਗ ਤਿਆਰ ਕੀਤੀ ਸੀਗੀ ਤੇ ਉਸ ਪੇਂਟਿੰਗ ਦੇ ਉੱਤੇ ਨੰਬਰ ਵਾਈਜ਼ ਲਿਖ ਕੇ ਥੱਲੇ ਲਿਖਿਆ ਹੋਇਆ ਕਿ ਕੌਣ ਕੌਣ ਕਿੱਥੇ ਕਿੱਥੇ ਖਲੋਤਾ ਹੋਇਆ। ਸ਼ੇਰੇ ਪੰਜਾਬ ਜੀ ਤਖਤ ਤੇ ਬੈਠੇ, ਇੱਕ ਪਾਸੇ ਅਮੀਰਾਂ ਵਜ਼ੀਰਾਂ ਦੀਆਂ ਜਿਹੜੀਆਂ ਹਨ ਉਹ ਤਖਤ ਲੱਗੇ ਹੋਏ ਆ, ਬੈਠੇ ਹੋਏ ਆ, ਇੱਕ ਪਾਸੇ ਸ਼ਹਿਜ਼ਾਦਿਆਂ ਦੀ ਲਾਈਨ ਹੈ। ਤੇ ਉਸ ਹੀ ਫੋਟੋ ਦੇ ਅੰਦਰ ਦਰਸਾਇਆ ਗਿਆ ਕਿ ਅੰਗਰੇਜ਼ ਵੀ ਜਿਹੜੇ ਆ ਉਹ ਸਾਧ ਸੰਗਤ ਜੀ ਖਾਲਸਾ ਫੌਜ ਦੇ ਅੰਦਰ ਅਹਿਮ ਅਹੁਦਿਆਂ ਤੇ ਨੌਕਰੀਆਂ ਕਰਦੇ ਰਹੇ ਆ। ਤੇ ਮਹਾਰਾਜੇ ਦੇ ਕਈ ਇਹੋ ਜਿਹੇ ਦੋ ਅੰਗਰੇਜ਼ ਜਰਨੈਲ ਹੋਏ, ਭਾਵੇਂ ਕਿ ਅੰਗਰੇਜ਼ ਨੇ ਕਬਜ਼ਾ ਕੀਤਾ, ਪਰ ਫਿਰ ਵੀ ਕਿਉਂਕਿ ਜਿਸ ਨੇ ਵਫਾਦਾਰੀ ਨਿਭਾਈ ਹੈ ਉਹ ਵੀ ਪੰਥ ਨੂੰ ਭੁੱਲਣੀ ਨਹੀਂ ਚਾਹੀਦੀ। ਉਹਨਾਂ ਅੰਗਰੇਜ਼ ਜਰਨੈਲਾਂ ਨੇ ਪੰਥ ਨਾਲ ਬੜੀ ਵਫਾਦਾਰੀ ਕੀਤੀ ਕਿਉਂਕਿ ਉਹ ਅੰਗਰੇਜ਼ ਦੇ ਨੌਕਰ ਨਹੀਂ ਸਨ, ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਫੌਜ ਦੇ ਵਿੱਚ ਉਹ ਨੌਕਰੀ ਕਰਦੇ ਸੀ। ਸੋ ਇਸ ਪ੍ਰਕਾਰ ਅੱਜ ਸਰਦਾਰ ਹਰੀ ਸਿੰਘ ਨਲੂਏ ਦਾ ਸ਼ਹੀਦੀ ਦਿਨ ਹੋਣ ਕਰਕੇ ਸੰਖੇਪ ਜੀ ਬੇਨਤੀ ਕੀਤੀ ਹੈ। ਇਹ ਸਾਧ ਸੰਗਤ ਜੀ ਸਾਡਾ ਸ਼ਾਨਾ ਮੱਤਿਆ ਇਤਿਹਾਸ ਹੈ। ਕੌਮ ਨੂੰ ਆਪਣੀ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ। ਜਿਹੜੇ ਇਹ ਭੁੱਲ ਜਾਂਦੇ ਆ ਨਾ, ਕਿਉਂਕਿ ਜਿਸ ਪਾਵਨ ਤਖਤ ਤੇ ਆਪਾਂ ਸਜੇ ਬੈਠੇ ਹਾਂ ਇਹ ਖਾਲਸਾ ਰਾਜ ਦੇ ਸਮੇਂ ਬਣੀ ਹੋਈ ਪਵਿੱਤਰ ਇਮਾਰਤ ਹੈ। ਤੇ ਇਹ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ, ਇਹ ਇਮਾਰਤ ਦੱਸਦੀ ਹੈ ਕਿ ਖਾਲਸਾ ਕੌਮ ਜਦੋਂ ਆਜ਼ਾਦ ਸੀ ਉਦੋਂ ਕਿੰਨੀ ਕਿੰਨੀ ਦੂਰ ਹੁੰਦਿਆਂ ਹੋਇਆਂ ਵੀ ਆਪਣੇ ਗੁਰਧਾਮਾਂ ਦੀ ਕਿੱਡੀ ਵੱਡੀ ਸੇਵਾ ਕੀਤੀ। ਇਹ ਪਾਵਨ ਤਖਤ ਸਾਨੂੰ ਯਾਦ ਦਿਵਾਉਂਦਾ ਹੈ ਕਿ ਤੁਸੀਂ ਇੱਕ ਆਜ਼ਾਦ ਕੌਮ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਰਦਾਰ ਹਰੀ ਸਿੰਘ ਨਲੂਏ ਵਰਗੇ ਯੋਧੇ ਪੰਥ ਦੇ ਅੰਦਰ ਪੈਦਾ ਹੋਣ, ਪੰਥ ਦੀ ਚੜ੍ਹਦੀ ਕਲਾ ਹੋਵੇ। ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਸਰਦਾਰ ਦੇ ਸ਼ਹੀਦੀ ਦਿਨ ਤੇ ਅੱਜ ਸੰਖੇਪ ਜੀ ਇਹ ਬੇਨਤੀ ਕੀਤੀ ਹੈ। ਆਓ ਪਿਆਰ ਨਾਲ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਕਥਾ ਸਰਵਣ ਕਰੀਏ। ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੰਤ ਆਰਾਧਨ ਸਦ ਸਦਾ। ਸਾਧ ਸੰਗਤ ਜੀ, ਹਜੂਰ ਦੀਨ ਦਿਆਲ ਸਤਿਗੁਰੂ
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦਿਨ ਰਹਿਣ ਬਾਣੀ ਮਹਾਰਾਜ ਜੀ ਉਚਾਰਨ ਕੀਤੀ ਹੈ। ਜਿਸ ਪਵਿੱਤਰ ਬਾਣੀ ਦੀਆਂ 2 ਪੌੜੀਆਂ ਸਾਧ ਸੰਗਤ ਜੀ ਕੱਲ ਸੰਪੂਰਨ ਹੋਈਆਂ, 2 ਪੌੜੀਆਂ ਰਹਿੰਦੀਆਂ। ਇਹ 4 ਪੌੜੀਆਂ ਵਾਲੀ ਸਤਿਗੁਰਾਂ ਜੀ ਨੇ ਪਵਿੱਤਰ ਬਾਣੀ ਮਹਾਰਾਜ ਆਪ ਦੇ ਸ਼੍ਰੀ ਕੰਠ ਤੋਂ ਉਚਾਰਨ ਕੀਤੀ। ਜਿੱਥੇ 12 ਮਾਹ ਦਾ ਉਪਦੇਸ਼ ਦਿੱਤਾ, ਉੱਥੇ ਦਿਨ ਤੇ ਰਾਤ ਨੂੰ ਮਹਾਰਾਜ ਜੀ ਨੇ ਭਜਨ ਕਰਨ ਦੀ ਪ੍ਰੇਰਨਾ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਆਖਿਆ ਸੇ ਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ। ਭਾਈ ਸਤਿਗੁਰੂ ਜੀ ਨੂੰ ਆਪਣੇ ਜਾਣ ਕਰਕੇ ਸਿਮਰੋ ਗੁਰਸਿੱਖੋ, ਰਾਤ ਦਿਨ ਪਰਮੇਸ਼ਰ ਦਾ ਭਜਨ ਕਰੋ, ਫਿਰ ਆਪ ਤਿਆਗ ਸਰਣੀ ਪਵਾਂ। ਆਪਾ ਭਾਵ ਤਿਆਗ ਕੇ ਗੁਰੂ ਸਾਹਿਬ ਦੀ ਸ਼ਰਣੀ ਪੈ ਜਾਣਾ। ਮੁਖ ਤੋਂ ਮਿੱਠੇ ਬੋਲ ਬੋਲਣੇ, ਬੇਨਤੀ ਕਰਨੀ ਮਹਾਰਾਜ ਜਨਮ ਜਨਮ ਕਾ ਵਿਛੜਿਆ। ਮਹਾਰਾਜ ਜਨਮਾਂ ਜਨਮਾਂਤਰਾਂ ਦੇ ਅਸੀਂ ਵਿਛੜ ਗਏ ਹਾਂ। ਆਪ ਹੀ ਮਹਾਰਾਜ ਸਾਡੇ ਅਸਲੀ ਸੱਜਣ ਮਿੱਤਰ ਹੋ, ਕਿਰਪਾ ਕਰਕੇ ਆਪਣੇ ਨਾਲ ਮੇਲ ਲਓ। ਹਜੂਰ ਕਹਿੰਦੇ ਭਾਈ ਜੋ ਜੀ ਹਰ ਤੇ ਵਿਛੜੇ, ਜਿਹੜਾ ਜੀਵ ਵਾਹਿਗੁਰੂ ਤੋਂ ਵਿਛੜ ਜਾਂਦਾ ਹੈ, ਹੇ ਗੁਰਸਿੱਖੋ, ਉਹ ਕਦੇ ਸੁੱਖ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਭਾਈ ਹਰੀ ਤੋਂ ਬਿਨਾਂ ਅਸੀਂ ਸਾਰੇ ਥਾਂ ਖੋਜ ਕੇ ਵੇਖ ਲਏ ਹੈ। ਮਹਾਰਾਜ ਨੇ ਕਿਹਾ ਕਿ ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਤਿਗੁਰੂ ਕਹਿੰਦੇ ਭਾਈ ਅਸੀਂ ਸਾਰਾ ਕੁਝ ਵੇਖ ਲਿਆ ਹੈ, ਹਰ ਪਿਰ ਬਿਨ ਚੈਨ ਨਾ ਪਾਈ ਹੈ। ਵਾਹਿਗੁਰੂ ਤੋਂ ਬਿਨਾਂ ਚੈਨ ਸ਼ਾਂਤੀ ਸੁੱਖ ਕਿਸੇ ਵੀ ਨਹੀਂ ਪਾਇਆ। ਖੋਜ ਡਿੱਠੇ ਸਭ ਗੈਣ, ਅਸੀਂ ਸਾਰੇ ਆਕਾਸ਼ ਤੱਕ ਵੀ ਖੋਜ ਕੇ ਵੇਖ ਲਏ ਹੈ। ਸੱਚੇ ਪਾਤਸ਼ਾਹ ਜੀ ਇਹ ਜੀਵ ਵਿਛੜ ਕਿਉਂ ਜਾਂਦਾ ਹੈ? ਹਜੂਰ ਨੇ ਕਿਹਾ ਆਪ ਕਮਾਣੇ ਵਿਛੜੀ। ਆਪਣੇ ਕੀਤੇ ਹੋਏ ਕਰਮਾਂ ਕਰਕੇ ਜੀਵ ਜਿਹੜਾ ਨਾ ਇਹਦੀ ਬਿਰਤੀ ਵਿਛੜ ਗਈ ਵਾਹਿਗੁਰੂ ਤੋਂ। ਦੋਸ਼ ਨਾ ਕਾਹੂ ਦੇਣ, ਕਿਸੇ ਨੂੰ ਕੀ ਦੋਸ਼ ਦੇਣਾ ਹੈ। ਮਹਾਰਾਜ ਜੀ ਨੇ ਕਿਹਾ ਇਹਨਾਂ 12 ਮਾਹ ਵਿੱਚ ਵੀ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮਹਾਰਾਜ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਕਰ ਕਿਰਪਾ ਪ੍ਰਭ ਰਾਖ ਲਿਓ। ਮਹਾਰਾਜ ਸਾਡੀ ਰੱਖਿਆ ਕਰ ਲਾਹੋ, ਹੋਰ ਨਾ ਹੀ ਕਰਨ ਕਰੇਣ। ਤੁਹਾਡੇ ਤੋਂ ਬਿਨਾਂ ਮਹਾਰਾਜ ਕੋਈ ਕਾਰਜਾਂ ਨੂੰ ਕਰਨ ਵਾਲਾ ਨਹੀਂ। ਮੇਰੀ ਮੁਕਤੀ ਦਾ ਕਾਰਜ ਮਹਾਰਾਜ ਆਪ ਦੇ ਹੱਥ ਹੈ। ਕਿਰਪਾ ਕਰਕੇ ਮਹਾਰਾਜ ਸਾਨੂੰ ਆਪ ਦੇ ਚਰਨਾਂ ਦੀ ਪ੍ਰੀਤ ਬਖਸ਼ੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹਰੀ ਤੋਂ ਬਿਨਾਂ ਤਾਂ ਮਹਾਰਾਜ ਕਹਿੰਦੇ ਭਾਈ ਹਰ ਤੁਧ ਬਿਨ ਖਾਕੂ ਰੂਲਣਾ, ਖਾਕ ਵਿੱਚ ਹੀ ਰੁਲਣਾ ਹੁੰਦਾ ਹੈ। ਤੇ ਜੀਵ ਕਦੇ ਪਰਮੇਸ਼ਰ ਦੇ ਅੱਗੇ ਬੌੜੀ ਨਹੀਂ ਕਰਦਾ, ਅਰਦਾਸ ਨਹੀਂ ਕਰਦਾ। ਮਹਾਰਾਜ ਕਹਿੰਦੇ ਜਦੋਂ ਖਾਕ 'ਚ ਰਲ ਗਿਆ ਫਿਰ ਕਹੀਆ ਕਿੱਥੇ ਵੈਣ, ਕਿੱਥੇ ਜਾ ਕਰਕੇ ਆਪਣੇ ਵੈਣ ਕੀਰਨੇ ਪਾਵੇਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬੇਨਤੀ ਵਾਹਿਗੁਰੂ ਅੱਗੇ ਕਰੀਏ, ਨਾਨਕ ਕੀ ਬੇਨੰਤੀ ਆ। ਮਹਾਰਾਜ ਸਾਡੀ ਤਾਂ ਇਹ ਬੇਨਤੀ ਹੈ, ਹਰ ਸੁਰਜਨ ਦੇਖਾ ਨੈਣ। ਮਹਾਰਾਜ ਇਹ ਸੁਰਜਨ ਪਿਆਰੇ ਵਾਹਿਗੁਰੂ ਤੈਨੂੰ ਆਪਣੀਆਂ ਅੱਖਾਂ ਨਾਲ ਵੇਖ ਲਈਏ, ਸਾਡੀ ਇਹ ਬੇਨਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਦੂਸਰੀ ਪੌੜੀ ਵਿੱਚ ਹਜੂਰ ਨੇ ਕਿਹਾ ਜਿਹੜੀ ਦਿਲ ਦੀ ਬਿਰਥਾ ਪੀੜਾ ਹੋਵੇ ਨਾ, ਉਹ ਕੇਵਲ ਹਰੀ ਹੀ ਸੁਣ ਸਕਦਾ ਹੈ, ਕਿਉਂਕਿ ਉਹ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਹੈ, ਅੰਤਰਜਾਮੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਾਰਾਵਾਰ ਤੋਂ ਰਹਿਤ ਹੈ। ਜੀਵਤ ਭਾਵ ਤੋਂ ਮਰ ਕੇ ਪਰਮੇਸ਼ਰ ਦੀ ਆਰਾਧਨਾ ਕਰੀਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਉਹਦੀ ਸਰੂਪ ਦੀ ਸਾਖਿਆਤਤਾ ਹੁੰਦੀ ਹੈ, ਹਿਰਦੇ ਵਿੱਚ ਉਹਦਾ ਆਧਾਰ ਪ੍ਰਾਪਤ ਹੁੰਦਾ ਹੈ। ਮਹਾਰਾਜ ਨੇ ਫਿਰ ਕਿਹਾ ਕਿ ਸਸੁਰੇ ਪਈਏ ਤਿਸ ਕੰਤ ਕੀ, ਇਸ ਪਈਏ ਪੇਕੇ ਘਰ ਦੇ ਅੰਦਰ ਭਾਵ ਇਸ ਲੋਕ ਦੇ ਅੰਦਰ, ਸਹੁਰਾ ਘਰ ਜੋ ਪਰਲੋਕ ਹੈ, ਲੋਕ ਪਰਲੋਕ ਦੇ ਅੰਦਰ ਜਿਹਨੇ ਆਪਣੇ ਆਪ ਨੂੰ ਪਤੀ ਦੀ ਇਸਤਰੀ ਮੰਨ ਲਿਆ ਹੈ। ਸਾਧ ਸੰਗਤ ਜੀ ਜਦੋਂ ਪੇਕੇ ਘਰ 'ਚ ਹੀ ਮੰਨ ਲਏ ਨਾ ਕਿ ਮੇਰਾ ਵਿਵਾਹ ਹੋਣਾ ਹੈ, ਤੇ ਫਿਰ ਉਹ ਪਤੀ ਵਰਤਾ ਇਸਤਰੀ, ਜਿਵੇਂ ਕਹਿੰਦੇ ਹੈ ਕਿ ਜਿਹੜੀ ਗੰਧਾਰੀ ਸੀ ਨਾ, ਉਹਨੂੰ ਇਹ ਗੰਧਾਰ ਨਰੇਸ਼ ਦੀ ਸਪੁੱਤਰੀ ਸੀਗੀ ਗੰਧਾਰੀ, ਤੇ ਇਹਦੇ ਨਾਲ ਧ੍ਰਿਤਰਾਸ਼ਟਰ ਦਾ ਨਾਤਾ ਹੋਇਆ ਸੀ। ਤੇ ਜਦੋਂ ਇਹਨੂੰ ਪਤਾ ਲੱਗਾ ਕਿ ਤੇਰਾ ਪਤੀ ਤਾਂ ਅੰਨਾ ਏ, ਇਸ ਨੇ ਇਹ ਨਹੀਂ ਪਿਤਾ ਨੂੰ ਰੋਸ ਕੀਤਾ ਕਿ ਮੈਂ ਨਹੀਂ ਉਹਦੇ ਨਾਲ ਵਿਵਾਹ ਕਾਰਜ ਕਰਨਾ। ਤੇ ਉਸੇ ਦਿਨ ਹੀ ਇਹਨੂੰ ਜਦੋਂ ਪਤਾ ਲੱਗਾ ਮੇਰਾ ਪਤੀ ਅੰਨਾ ਵੇਖ ਨਹੀਂ ਸਕਦਾ, ਅੱਛਾ ਉਹਨੇ ਕਿਹਾ ਜੇ ਮੇਰਾ ਪਤੀ ਨਹੀਂ ਵੇਖ ਸਕਦਾ ਤੇ ਮੈਂ ਵੇਖ ਕੇ ਕੀ ਕਰਨਾ ਹੈ। ਗੰਧਾਰੀ ਨੇ ਉਸੇ ਦਿਨ ਤੋਂ ਹੀ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਲਈ ਸੀ, ਕਦੇ ਪਰਾਏ ਮਰਦ ਦਾ ਮੂੰਹ ਨਹੀਂ ਸੀ ਵੇਖਿਆ। ਇਸੇ ਕਰਕੇ ਹੀ
ਦੁਰਯੋਧਨ ਦਾ ਸਾਰਾ ਸਰੀਰ ਹੀ ਉਸਨੇ ਵੇਖ ਕੇ ਬੱਜਰ ਦਾ ਕਰ ਦਿੱਤਾ ਸੀ। ਉਹਦੀ ਨਿਗਾਹ ਵਿੱਚ ਸ਼ਕਤੀ ਸੀ, ਉਹਨੇ ਪ੍ਰਾਇਆ ਮਰਦ ਨਹੀਂ ਸੀ ਕਦੇ ਵੇਖਿਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਵੇਂ ਲੋਕ ਵਿੱਚ ਹੈ ਭਾਵੇਂ ਭਾਈ ਪਰਲੋਕ ਵਿੱਚ ਹੈ, ਜਿਹੜੇ ਪਿਆਰੇ ਆ ਨਾ ਉਹਨਾਂ ਨੂੰ ਤਾਂ ਕੰਤ ਦਾ ਪਤੀ ਦਾ ਹੀ ਆਸਰਾ ਹੈ। ਜਿਸ ਵਾਹਿਗੁਰੂ ਦਾ ਵੱਡਾ दैवी संपदा रूपी परिवार है, भगतां रूपी परिवार है, वो उच्चा है। महाराज कहते भाई मन की पहुँच तो परे है, ज्ञान ते शक्ति बिरती नाल उहदा अंत पारावार नहीं पाया जा सकता। सेवा तो महाराज कहते वो मेरे वाहिगुरू नूं पाउंदी है, जे संतां दे चरनां दी धूड़ हो जावे। सच्चे पातशाह जी महाराज कहते भाई वो पापियां दा भी जिहड़ा उधार कर देण वाला मेरा वाहिगुरू, ते ये नहीं कि ਉਹ ਰੱਖਿਆ। ਮਹਾਰਾਜ ਕਹਿੰਦੇ ਹੁਣ ਕਰਦਾ ਸੀ ਪਹਿਲਾਂ ਨਹੀਂ ਕੀਤੀ, ਜਾਂ ਪਹਿਲਾਂ ਕੀਤੀ ਤੇ ਹੁਣ ਨਹੀਂ ਕਰਦਾ। ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ। ਇਹੋ ਜਿਹਾ ਮਹਾਰਾਜ ਕਹਿੰਦੇ ਭਾਈ ਕਰਤਾਰ ਦਾ ਸੱਚਾ ਨਾਮ ਹੈ, ਜਿਹੜਾ ਜਿਹੜਾ ਨਾਮ ਨਾਲ ਜੁੜਿਆ ਹੈ। ਮਹਾਰਾਜ ਕਹਿੰਦੇ ਮੁੱਢ ਕਦੀਮ ਤੋਂ ਹੀ ਮੇਰਾ ਵਾਹਿਗੁਰੂ ਉਹਨਾਂ ਦੀ ਰੱਖਿਆ ਪਹਿਲਾਂ ਵੀ ਕਰਦਾ ਸੀ, ਹੁਣ ਵੀ ਕਰਦਾ, ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਰੱਖਿਆ ਕਰੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਉਹਦੀ ਕੀਮਤ ਨਹੀਂ ਕਹਿ ਸਕਦਾ, ਕੋਈ ਮਹਾਰਾਜ ਕਹਿੰਦੇ ਬੁੱਧੀ ਦੇ ਤਰਾਜੂ ਵਿੱਚ ਤੋਲ ਨਹੀਂ ਸਕਦਾ ਵਾਹਿਗੁਰੂ ਨੂੰ। ਜਿਨ੍ਹਾਂ ਦੇ ਮਨ ਅੰਦਰ ਵਸ ਜਾਂਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਜਾਣ ਲੈਂਦੇ ਹੈ ਕਿ ਉਹਦਾ ਸੁਮਾਰ, ਉਹਦੀ ਗਿਣਤੀ ਨਹੀਂ ਪਾਈ ਜਾ ਸਕਦੀ। ਦਿਨ ਤੇ ਰਾਤ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਉਹ ਸੇਮਦੇ ਹੈ। ਇਸ ਤਰ੍ਹਾਂ ਜਾਣ ਕਰਕੇ ਸਦਾ ਉਸ ਤੋਂ ਬਲਿਹਾਰ ਕੁਰਬਾਨ ਜਾਂਦੇ ਹੈ। ਇਹ ਦੋ ਪੌੜੀਆਂ ਸਤਿਗੁਰਾਂ ਜੀ ਨੇ ਕਹੀਆਂ। ਅੱਗੇ ਤੀਸਰੀ ਪੌੜੀ ਵਿੱਚ ਹਜ਼ੂਰ ਫਰਮਾਉਂਦੇ ਹਨ, ਸੰਤ ਆਰਾਧਨ ਸਦ ਸਦਾ। ਜਿਹੜੇ ਸੰਤ ਹੈ ਮਹਾਂਪੁਰਸ਼ ਉਹ ਸਦ ਸਦਾ 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 ਵਾਸਤੇ ਹਮੇਸ਼ਾ ਸਵਾਸ ਸਵਾਸ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਆਰਾਧਨਾ ਕਰਦੇ ਹੈ। ਮਹਾਰਾਜ ਜੀ ਨੇ ਸੰਤ ਦਾ ਲੱਛਣ ਹੀ ਇਹ ਕਿਹਾ ਨਾ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਫਿਰ ਮਹਾਰਾਜ ਕਿਹਾ ਇਹ ਹੈ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀਐ। ਜਿਹਦਾ ਦਰਸ਼ਨ ਵੇਖ ਕੇ ਸਾਧ ਸੰਗਤ ਜੀ ਹਿਰਦੇ ਨੂੰ ਠੰਡ ਪੈ ਜਾਵੇ, ਉਹਨੂੰ ਸੰਤ ਕਹਿੰਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਸੰਤ ਹੁੰਦੇ ਐ ਉਹਨਾਂ ਦਾ ਇਹ ਸੁਭਾਅ ਹੀ ਹੁੰਦਾ ਹੈ ਪਰਮੇਸ਼ਰ ਨੂੰ ਸੰਤ ਆਰਾਧਨ ਸਦ ਸਦਾ 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 ਹਮੇਸ਼ਾ ਵਾਸਤੇ ਵਾਹਿਗੁਰੂ ਦੀ ਆਰਾਧਨਾ ਕਰਦੇ ਐ। ਭਾਵੇਂ ਘਿਓ ਦੇ ਭੜੇ ਹੋਏ ਘੜੇ ਕਿਉਂ ਨਾ ਮੂਧੇ ਹੋ ਜਾਣ, ਉਹਨਾਂ ਦੇ ਸਾਧ ਸੰਗਤ ਜੀ ਨਿਯਮ ਵਿੱਚ ਫਰਕ ਨਹੀਂ ਪੈਂਦਾ, ਵਾਹਿਗੁਰੂ ਦੇ ਭਜਨ ਵਿੱਚ ਉਹ ਫਰਕ ਨਹੀਂ ਪੈਣ ਦਿੰਦੇ। ਆਪ ਦਾ ਨਿਤਨੇਮ ਨਹੀਂ ਉਹ ਜਿਹੜਾ ਹੈ ਉਹ ਸਾਧ ਸੰਗਤ ਜੀ ਟੁੱਟਣ ਦਿੰਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜੇ ਸੰਤ ਹੈ ਰੱਬ ਦੇ ਪਿਆਰੇ, ਉਹ ਹਮੇਸ਼ਾ ਵਾਸਤੇ ਸਦਾ ਸਦਾ ਵਾਹਿਗੁਰੂ ਨੂੰ ਆਰਾਧਦੇ ਆ ਦਿਲ ਦੀ ਪ੍ਰੀਤ ਨਾਲ। ਸਭਨਾ ਕਾ ਬਖਸ਼ੈਂਦ, ਮੇਰਾ ਵਾਹਿਗੁਰੂ ਸਾਰਿਆਂ ਦੇ ਗੁਨਾਹਾਂ ਨੂੰ ਬਖਸ਼ ਲੈਣ ਵਾਲਾ ਹੈ, ਐਡਾ ਉਹ ਦਿਆਲੂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿ ਅਫਵੁਲ ਗੁਨਾਹ ਹੈ ਕਿ ਸਾਹਨ ਸਾਹ ਹੈ, ਉਹ ਸਾਹਾਂ ਦਾ ਸਾਹ ਹੈ। ਤੇ ਮਹਾਰਾਜ ਕਹਿੰਦੇ ਗੁਨਾਹਾਂ ਦੇ ਮਾਫ ਕਰ ਦੇਣ ਵਾਲਾ ਹੈ। ਜਦੋਂ ਸਾਧ ਸੰਗਤ ਜੀ ਕਿੰਨੇ ਲੋਕ ਵੇਖੋ ਪ੍ਰਾਸ਼ਚਿਤ ਕਰਮ ਕਰਦੇ ਐ ਫਿਰ ਵੀ ਗੁਨਾਹ ਨਹੀਂ ਲੈਂਦੇ, ਪਰ ਜਦੋਂ ਨਿਰੰਕਾਰ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਜਗਿਆਸਾ ਭਾਵ ਧਾਰ ਕੇ ਜੀਵ ਆਖਦਾ ਨਾ ਮਹਾਰਾਜ ਮੈਂ ਕਿੱਥੇ ਜਾਵਾਂ, ਮੈਨੂੰ ਕੋਈ ਥਾਂ ਨਹੀਂ ਤੇਰੇ ਤੋਂ ਬਿਨਾਂ, ਮੇਰੇ ਗੁਨਾਹਾਂ ਨੂੰ ਮਾਫ ਕਰ ਦੇ, ਮੇਰੇ ਗੁਨਾਹ ਬਖਸ਼ ਦੇ। ਸਾਧ ਸੰਗਤ ਜੀ ਨਿਰੰਕਾਰ ਨੂੰ ਹਿਰਦੇ ਵਿੱਚ ਯਾਦ ਕਰਦੇ ਆ। ਜਦੋਂ ਕੋਈ ਇਉਂ ਬੌੜੀ ਕਰਨ ਵਾਸਤੇ ਬੇਨਤੀ ਕਰਦਾ ਨਾ ਮਹਾਰਾਜ ਕੋਈ ਨਹੀਂ ਤੇਰੇ ਤੋਂ ਬਿਨਾਂ, ਮੇਰੇ ਗੁਨਾਹ ਬਖਸ਼ ਲੈ, ਉਸੇ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਨਾਹ ਉਸਕੇ ਸਗਲ ਆਫੂ, ਸਾਰੇ ਹੀ ਮਹਾਰਾਜ ਉਹਦੇ ਗੁਨਾਹ ਜਿਹੜੇ ਆ ਬਖਸ਼ ਦਿੰਦੇ ਆ। ਐਡਾ ਦਿਆਲੂ ਐਡਾ ਕਿਰਪਾਲੂ ਹੈ। ਜੇ ਗਨਕਾ ਦੇ ਗੁਨਾਹ ਵੇਖੇ ਜਾਂਦੇ ਤਾਂ ਕਦੋਂ ਸਾਧ ਸੰਗਤ ਜੀ ਉਹਦਾ ਪਾਰ ਉਤਾਰਾ ਹੋਣਾ ਸੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਨਾਹਾਂ ਨੂੰ ਨਹੀਂ ਵੇਖਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਸਭਨਾਂ ਦੇ ਸਾਰਿਆਂ ਦੇ ਹੀ ਗੁਨਾਹਾਂ ਨੂੰ ਪਾਪਾਂ ਨੂੰ ਨਾਸ਼ ਕਰ ਦੇਣ ਵਾਲਾ ਹੈ। ਜੇ ਕਿਸੇ ਦੇ ਕੋਈ ਸਾਧ ਸੰਗਤ ਜੀ ਪਾਪ ਮਾਫ ਕਰਦਾ ਨਾ ਤੇ ਉਹਨੂੰ ਵੀ ਉਹਦਾ ਭਾਰ ਚੱਕਣਾ ਪੈਂਦਾ ਹੈ ਤੇ ਉਹਨੂੰ ਵੀ ਉਹਦੀ ਮੈਲ ਲੱਗਦੀ ਹੈ। ਪਰ ਮੇਰਾ ਵਾਹਿਗੁਰੂ ਐਸਾ ਨਹੀਂ, ਸਾਰਿਆਂ ਦੇ ਗੁਨਾਹਾਂ ਨੂੰ ਮਾਫ ਕਰ ਦੇਣ ਦੀ ਸ਼ਕਤੀ ਰੱਖਦਾ, ਫਿਰ ਵੀ ਪਵਿੱਤਰ ਹੈ, ਫਿਰ ਵੀ ਨਿਰਮਲ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਭਨਾਂ ਦੇ ਤਾਈਂ ਬਖਸ਼ਿੰਦ ਬਖਸ਼ਿਸ਼ਾਂ ਕਰਨ ਵਾਲਾ ਹੈ।
ਜਿਉ ਪਿੰਡ ਜਿਨ ਸਾਜਿਆ। ਜਿਸ ਮੇਰੇ ਵਾਹਿਗੁਰੂ ਨੇ ਇਹ ਜੀਓ ਸੂਖਸ਼ਮ ਸਰੀਰ ਬਣਾਇਆ ਹੈ, ਫਿਰ ਪਿੰਡ ਸਥੂਲ ਸਰੀਰ ਜਿਹੜਾ ਹੈ ਇਹ ਸਾਜਣਾ ਕੀਤਾ ਹੈ। ਇਹ ਸਥੂਲ ਸਰੀਰ ਪੰਜਾਂ ਤੱਤਾਂ ਦੇ ਸੁਮੇਲ ਕਰਕੇ ਵਾਹਿਗੁਰੂ ਨੇ ਸਾਜਿਆ ਹੈ। ਸੂਖਸ਼ਮ ਸਰੀਰ ਸਾਧ ਸੰਗਤ ਜੀ 17 ਤੱਤਾਂ ਦਾ ਵਾਹਿਗੁਰੂ ਨੇ ਬਣਾਉਣਾ ਕੀਤਾ ਹੈ। ਇਹ ਪਰਮੇਸ਼ਰ ਨੇ ਸਾਜਿਆ, ਕੋਈ ਹੋਰ ਨਹੀਂ ਸਾਜ ਸਕਦਾ। ਕਰ ਕਿਰਪਾ ਦਿੱਤਿਆ ਨ ਜਿੰਦ। ਤੇ ਕਿਰਪਾ ਕਰਕੇ ਫਿਰ ਜਿਹੜੀ ਜਿੰਦ ਚੇਤਨ ਸੱਤਾ ਹੈ ਨਾ, ਉਹ ਵੀ ਵਿੱਚ ਪਾਉਣਾ ਕੀਤੀ ਹੈ। ਕਿਉਂਕਿ ਚੇਤਨ ਸੱਤਾ ਤੋਂ ਬਿਨਾਂ ਜਿਹੜਾ ਸੂਖਸ਼ਮ ਸਰੀਰ ਹੈ ਨਾ, ਉਹ ਸਥੂਲ ਸਰੀਰ ਦੇ ਭਾਰ ਨੂੰ ਚੱਕ ਨਹੀਂ ਸਕਦਾ। ਜਦੋਂ ਮਹਾਰਾਜ ਆਪਦੀ ਜਿੰਦ ਕੱਢ ਲੈਂਦੇ ਆ ਨਾ, ਕਿਹਾ ਨਾ ਕਿ ਜਿੰਦ ਨਿਮਾਣੀ ਕੱਢੀ ਹੈ, ਜਦੋਂ ਇਸ ਨਿਮਾਣੀ ਜਿੰਦ ਨੂੰ ਕੱਢਦੇ ਆ ਤੇ ਫਿਰ ਸਾਧ ਸੰਗਤ ਜੀ ਭਾਵ ਜਦੋਂ ਸੂਖਸ਼ਮ ਸਰੀਰ ਨੂੰ ਉੱਥੇ ਜਿੰਦ ਦਾ ਭਾਵ ਹੈ, ਪਰ ਇੱਥੇ ਜਿੰਦ ਮਹਾਰਾਜ ਕਹਿੰਦੇ ਭਾਈ ਸੱਤਾ ਜਿਹੜੀ ਜਾਨ ਪਾਈ ਹੋਈ ਹੈ। ਤੇ ਜਦੋਂ ਉਹ ਸੱਤਾ ਮਹਾਰਾਜ ਖਿੱਚ ਲੈਂਦੇ ਆ, ਫਿਰ ਸੂਖਸ਼ਮ ਸਰੀਰ ਜਿਹੜਾ ਸਾਧ ਸੰਗਤ ਜੀ ਉਹ ਸਥੂਲ ਸਰੀਰ ਦੇ ਭਾਰ ਨੂੰ ਨਹੀਂ ਚੁੱਕ ਸਕਦਾ। ਇਸ ਸੂਖਸ਼ਮ ਸਰੀਰ ਨੂੰ ਜਦੋਂ ਕੱਢਦੇ ਆ ਤੇ ਬਹੁਤ ਜ਼ਿਆਦਾ ਫਿਰ ਇਹ ਦੁੱਖ ਮੰਨਦਾ ਹੈ, ਕਿਉਂਕਿ ਦੁੱਖ ਸਾਰਾ ਸੂਖਸ਼ਮ ਸਰੀਰ ਨੂੰ ਲੱਗਦਾ ਹੈ। ਥੂਲ ਦੇਹ ਤਾਂ ਸਾਧ ਸੰਗਤ ਜੀ ਨਿਰਜੀਵ ਹੈ, ਅੰਦਰ ਜਿਹੜਾ ਸੂਖਸ਼ਮ ਸਰੀਰ ਹੈ ਇਹਨੂੰ ਹੀ ਸਾਰਾ ਦੁੱਖ ਸੁੱਖ ਭੋਗਣਾ ਪੈਂਦਾ ਹੈ। ਮਹਾਰਾਜ ਕਹਿੰਦੇ ਭਾਈ ਜਿਸ ਨੇ ਸੂਖਸ਼ਮ ਸਰੀਰ ਬਣਾਇਆ ਹੈ, ਸਥੂਲ ਦੇਹ ਨੂੰ ਪੈਦਾ ਕੀਤਾ ਹੈ, ਤੇ ਫਿਰ ਕਰ ਕਿਰਪਾ ਦਿੱਤੀਆਂ ਜਿੰਦ। ਜੇ ਸੂਖਸ਼ਮ ਸਰੀਰ ਹੀ ਹੁੰਦਾ, ਥੂਲ ਦੇਹ ਹੀ ਹੁੰਦੀ, ਤੇ ਫਿਰ ਸੱਤਾ ਨਾ ਹੁੰਦੀ ਤੇ ਇਸ ਨੇ ਚੱਲ ਫਿਰ ਕਿਵੇਂ ਛਕਣਾ ਸੀਗਾ। ਵਿੱਚ ਆਪਣੀ ਸੱਤਾ ਵੀ ਕਿਰਪਾ ਕਰਕੇ ਦੇਣਾ ਕੀਤੀ ਹੈ। ਤੋ ਇਹ ਸਾਧ ਸੰਗਤ ਜੀ ਦਮਦਮਾ ਸਾਹਿਬ ਦਾ ਪਾਠ ਤਾਂ ਦਿੱਤੀਆਂ ਨਹੀਂ ਹੈ, ਤੇ ਹੋਰ ਜਿਹੜੇ ਹੈ ਕਰਤਾਰਪੁਰ ਸਾਹਿਬ ਵਾਲੇ ਸਰੂਪ 'ਚ ਦਿੱਤੀਨ ਪਾਠ ਵੀ ਆਉਂਦਾ ਹੈ। ਤੇ ਦਮਦਮਾ ਸਾਹਿਬ ਵਾਲਾ ਜਿਹੜਾ ਪਾਠ ਹੈ, ਕਰ ਕਿਰਪਾ ਦਿੱਤੀਆਂ ਜਿੰਦ, ਕਿਰਪਾ ਕਰਕੇ ਵਾਹਿਗੁਰੂ ਨੇ ਜਿਹੜੀ ਜਿੰਦ ਹੈ ਉਹ ਭਾਵ ਬੁੱਧੀ ਉਹ ਵੀ ਸੋਝੀ ਦਿੱਤੀ ਹੈ, ਅੰਦਰ ਬੋਧ ਦਿੱਤਾ ਹੈ ਚੰਗੇ ਮਾੜੇ ਦਾ। ਵਾਹਿਗੁਰੂ ਨੇ ਪਾਪਾਂ ਦੇ ਪੁੰਨਾਂ ਦੀ ਪਹਿਚਾਣ ਵਾਸਤੇ ਜਿਹੜੀ ਬੁੱਧ ਹੈ ਇਹ ਵੀ ਵਾਹਿਗੁਰੂ ਨੇ ਦੇਣਾ ਕੀਤੀ ਹੈ। ਸੂਖਸ਼ਮ ਸਰੀਰ ਬਣਾ ਕੇ ਤੇ ਥੂਲ ਦੇਹ ਬਣਾ ਕਰਕੇ ਵਿੱਚ ਕਿਰਪਾ ਕਰਕੇ ਇਹਨਾਂ ਦੀ ਸੋਝੀ ਵਾਸਤੇ ਜਿੰਦ ਬੁੱਧੀ ਵੀ ਪਾ ਦਿੱਤੀ ਹੈ, ਗਿਆਤ ਪਾ ਦਿੱਤੀ ਹੈ। ਗੁਰ ਸ਼ਬਦੇ ਆਰਾਧਿਆ। ਮਹਾਰਾਜ ਜਿਵੇਂ ਸੰਤ ਆਰਾਧਦੇ ਹੈ, ਕਿਰਪਾ ਕਰਕੇ ਮਹਾਰਾਜ ਸਾਨੂੰ ਦੱਸੋ ਅਸੀਂ ਵੀ ਆਰਾਧ ਸਕਦੇ ਹਾਂ। ਮਹਾਰਾਜ ਕਹਿੰਦੇ ਹਾਂ ਗੁਰਸਿੱਖੋ ਗੁਰ ਸ਼ਬਦੀ ਆਰਾਧੀ ਹੈ। ਗੁਰੂ ਸਾਹਿਬ ਦੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਆਰਾਧਨਾ ਕਰੀਏ। ਉਹਦਾ ਜਿਹੜਾ ਨਾਮ ਹੈ ਨਾ, ਗੁਰੂ ਸਾਹਿਬ ਦੇ ਸ਼ਬਦ ਦੁਆਰਾ ਜਪਿਆ ਜਾਂਦਾ ਹੈ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਬਹੁਤ ਸਾਰੇ ਧਰਮ ਨੇ ਜੋ ਪਰਮੇਸ਼ਰ ਨਾਲ ਮਿਲਣ ਦਾ ਰਾਹ ਵਿਖਾਉਂਦੇ ਆ। ਆਪੋ ਆਪਣੇ ਧਰਮ ਮੁਤਾਬਕ ਆਪਣੀ ਗੁਰੂ ਦੀਖਿਆ ਲੈ ਕਰਕੇ ਹਰ ਕੋਈ ਜਪਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਮੰਤਰ ਦਿੱਤਾ ਹੈ ਨਾ, ਗੁਰੂ ਸਾਹਿਬ ਨੇ ਵਾਹਿਗੁਰੂ ਮੰਤਰ ਦਿੱਤਾ ਹੈ। ਗੁਰੂ ਸਾਹਿਬ ਨੇ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤਾ ਹੈ। ਤੇ ਜਦੋਂ ਫਿਰ ਪਰਮੇਸ਼ਰ ਨੂੰ ਆਰਾਧੀਏ ਤੇ ਕਿਵੇਂ ਆਰਾਧੀਏ? ਸਾਧ ਸੰਗਤ ਜੀ ਭਾਵੇਂ ਕਿ ਸਿੱਖ ਧਰਮ ਦੇ ਅੰਦਰ ਵੀ ਧਿਆਨ ਸਾਧਨਾ ਲਾਉਣ ਵਾਲੇ ਬੜੇ ਬੜੇ ਸਾਧੂ ਮਹਾਂਪੁਰਖ ਹੋਏ ਹੈ, ਤੇ ਜਿਹੜਾ ਧਿਆਨ ਟਿਕਾਉਣਾ ਹੈ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਜਦੋਂ ਕਮਾਈ ਦੇ ਸਿਖਰਾਂ ਤੇ ਪਹੁੰਚੇ ਪੁੱਛੀਏ ਕਿ ਕਿਵੇਂ ਪ੍ਰਾਪਤੀ ਹੋਈ, ਉਹ ਕਹਿੰਦੇ ਭਾਈ ਧਿਆਨ ਜੇ ਇਕੱਲਾ ਟਿਕਾਉਣ ਵਾਸਤੇ ਤੁਸੀਂ ਕੋਈ ਨਾ ਕੋਈ ਥਾਂ ਤਾਂ ਰੱਖੋਗੇ ਨਾ, ਕਿ ਕਿੱਥੇ ਧਿਆਨ ਟਿਕਾਓਗੇ। ਜੇ ਸਾਧ ਸੰਗਤ ਜੀ ਜਿਹੜਾ ਹੈ ਕਿਸੇ ਤਸਵੀਰ ਵਿੱਚ ਧਿਆਨ ਟਿਕਾਓਗੇ ਤੇ ਫਿਰ ਸਾਧੂਆਂ ਦਾ ਮਤਲਬ ਹੈ ਕਿ ਬਹੁਤ ਜਲਦ ਧਿਆਨ ਤਾਂ ਟਿਕ ਜਾਏਗਾ, ਪਰ ਤਸਵੀਰ ਨਹੀਂ ਅੱਗੋਂ ਨਿਕਲਦੀ, ਫਿਰ ਉਹ ਤਸਵੀਰ ਤੇ ਹੀ ਧਿਆਨ ਅਟਕ ਜਾਂਦਾ ਹੈ। ਫਿਰ ਸਾਰੇ ਸਾਧੂਆਂ ਦਾ ਇਹ ਸਾਧ ਸੰਗਤ ਜੀ ਸਾਂਝਾ ਮਤਾ ਹੈ ਕਿ ਜੇ ਧਿਆਨ ਟਿਕਾਉਣਾ ਤੇ ਗੁਰੂ ਸਾਹਿਬ ਦੇ ਸ਼ਬਦ ਦੀ ਆਰਾਧਨਾ ਕਰਕੇ ਸ਼ਬਦ ਦੀ ਧੁਨੀ ਵਿੱਚ ਧਿਆਨ ਟਿਕਾਈਏ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਫਿਰ ਜਾਣਿਆ ਜਾਵੇਗਾ ਜੇ ਧੁਨ ਵਿੱਚ ਧਿਆਨ ਟਿਕ ਗਿਆ ਤਾਂ। ਤੇ ਜੇ ਕਿਸੇ ਉਸ ਤਰ੍ਹਾਂ ਹੀ ਕਈ ਜਿਹੜੇ ਆ ਉਹ ਕੇਂਦਰ ਬਿੰਦੂ ਸਾਹਮਣੇ ਰੱਖ ਕਰਕੇ ਉਹਦੇ ਤੇ ਧਿਆਨ ਟਿਕਾਉਂਦੇ ਆ, ਕੋਈ ਸਵਾਸਾਂ ਨੂੰ ਜਿਹੜਾ ਹੈ ਆਉਂਦਿਆਂ ਜਾਂਦਿਆਂ ਇਹਨਾਂ ਦੇ ਉੱਤੇ ਧਿਆਨ ਟਿਕਾ ਲੈਂਦਾ ਹੈ। ਸਾਧ ਸੰਗਤ ਜੀ ਇਹ ਸਾਧਨਾ ਜਿਹੜੀ ਹੈ ਸਨਾਤਨੀ ਮੱਤ ਵਿੱਚ ਕਈ ਸਾਧੂ ਕਰਦੇ ਆ, ਤੇ ਇਹਦੇ ਧਿਆਨ ਟਿਕਣ ਨਾਲ ਸਰੀਰ 'ਚ ਸ਼ਕਤੀ ਵੱਧ ਜਾਂਦੀ ਹੈ, ਇਕਾਗਰਤਾ ਆ ਜਾਂਦੀ ਹੈ।
ਤੇ ਬਹੁਤ ਸਾਰੀ ਸਮਝ ਵੀ ਬੜੀ ਆ ਜਾਂਦੀ ਹੈ, ਮਨ ਵੀ ਬੜਾ ਜਿਹੜਾ ਹੈ ਉਹ ਆਲਸ ਤੋਂ ਬਚ ਜਾਂਦਾ ਹੈ। ਬੜੀਆਂ ਇਹਦੇ ਫਾਇਦੇ ਬਹੁਤ ਹੈ, ਪਰ ਨਿਰੰਕਾਰ ਦੀ ਪ੍ਰਾਪਤੀ ਨਹੀਂ ਹੈ, ਵਾਹਿਗੁਰੂ ਦਾ ਸੁੱਖ ਨਹੀਂ ਹੈ। ਤੇ ਜਿਹੜੇ ਹੈ ਕਈ ਸਾਧ ਸੰਗਤ ਜੀ ਉਹ ਇਉਂ ਜੋਗੀਆਂ ਕੋਲ ਧਿਆਨ ਸਾਧਨਾ ਸਿੱਖ ਲੈਂਦੇ ਆ ਕਿ ਸ਼ਾਇਦ ਇਹਦੇ ਨਾਲ ਪ੍ਰਾਪਤੀ ਹੈ। ਮਹਾਰਾਜ ਕਹਿੰਦੇ ਨਾ ਭਾਈ, ਪ੍ਰਾਪਤੀ ਗੁਰ ਸਿੱਖੋ, ਗੁਰ ਸ਼ਬਦੀ ਆਰਾਧੀ ਹੈ। ਗੁਰੂ ਸਾਹਿਬ ਦੇ ਸ਼ਬਦ ਦੁਆਰਾ ਨਿਰੰਕਾਰ ਦੀ ਆਰਾਧਨਾ ਕਰੀਏ। ਜਦੋਂ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰੀਦੀ ਹੈ ਨਾ, ਫਿਰ ਸਾਧ ਸੰਗਤ ਜੀ ਸਾਧਕ ਤਾਂ ਕੇਵਲ ਸ਼ਬਦ ਜਪਦਾ ਹੈ, ਤੇ ਸ਼ਬਦ ਫਿਰ ਉਹਨੂੰ ਆਪਣੀ ਕਰਾਮਾਤ ਦਿਖਾਉਂਦਾ, ਸ਼ਬਦ ਆਪਣੀ ਸ਼ਕਤੀ ਦਾ ਆਭਾਸ ਕਰਾਉਂਦਾ ਕਿ ਤੂੰ ਮੈਨੂੰ ਜਪਿਆ ਹੈ, ਵੇਖ ਨਿਰੰਕਾਰ ਦੇ ਕੋਲ ਹੁਣ ਕਿਵੇਂ ਤੂੰ ਪਹੁੰਚਦਾ। ਸ਼ਬਦ ਲੈ ਜਾਂਦਾ ਹੈ, ਕਿਉਂਕਿ ਸ਼ਬਦ ਹੀ ਨਿਰੰਕਾਰ ਦੇ ਘਰ ਤੱਕ ਪਹੁੰਚ ਰੱਖਦਾ ਹੈ। ਹੋਰ ਕੋਈ ਸਾਧ ਸੰਗਤ ਜੀ ਧਿਆਨ ਦੇ ਟਿਕਾਉਣ ਦੀ ਪ੍ਰਕਿਰਿਆ ਵਾਹਿਗੁਰੂ ਤੱਕ ਨਹੀਂ ਲੈ ਕੇ ਜਾ ਸਕਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਕਰਕੇ ਆਖਿਆ, ਗੁਰਸਿੱਖੋ ਗੁਰੂ ਜੀ ਦੇ ਸ਼ਬਦ ਦੁਆਰਾ ਨਿਰੰਕਾਰ ਦੀ ਆਰਾਧਨਾ ਕਰੀਏ। ਜਿਵੇਂ ਸੰਤ ਆਰਾਧਦੇ ਹੈ, ਸਤਪੁਰਸ਼ ਮਹਾਂਪੁਰਖ ਆਰਾਧਦੇ ਹੈ, ਇਵੇਂ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰੀਏ, ਪਰਮੇਸ਼ਰ ਦੀ ਆਰਾਧਨਾ ਕਰਨਾ ਕਰੀਏ। ਜਪਿਆ ਨਿਰਮਲ ਮੰਤਰ, ਮਹਾਰਾਜ ਕਹਿੰਦੇ ਜਿਹੜਾ ਨਿਰਮਲ ਉਜਲ ਮੰਤਰ ਦਿੱਤਾ ਹੈ ਨਾ ਗੁਰੂ ਸਾਹਿਬ ਜੀ ਨੇ, ਮੂਲ ਮੰਤਰ ਵਾਹਿਗੁਰੂ ਮੰਤਰ, ਇਹ ਸਾਧ ਸੰਗਤ ਜੀ ਸਾਰੀਆਂ ਹੀ ਮੈਲਾਂ ਨੂੰ ਧੋ ਦੇਣ ਵਾਲਾ ਮੰਤਰ ਹੈ। ਇਸ ਮੰਤਰ ਦੇ ਉੱਤੇ ਕਾਲੇ ਜਾਦੂ ਤੱਕ ਦਾ ਅਸਰ ਨਹੀਂ ਚੱਲਦਾ ਹੈ। ਤੋ ਬੰਗਾਲ ਦਾ ਇਹ ਕਾਲਾ ਜਾਦੂ ਬੜਾ ਕਹਿੰਦੇ ਮਸ਼ਹੂਰ ਹੈ। ਉੱਥੇ ਸਿੰਘ ਇੱਕ ਵਾਰ ਗਏ ਅੰਮ੍ਰਿਤ ਸੰਚਾਰ ਕਰਨ ਵਾਸਤੇ, ਤੇ ਉਹਨਾਂ ਨੂੰ ਵੈਸੇ ਹੀ ਪੁੱਛਿਆ ਸੁਭਾਵਿਕ ਕਿ ਇੱਥੇ ਦਾ ਕਾਲਾ ਜਾਦੂ ਬੜਾ ਜ਼ਿਆਦਾ ਮੰਨਿਆ ਜਾਂਦਾ ਹੈ, ਅਕਸਰ ਉਹਦੇ ਬੋਲ ਕੀ ਹੈ ਜਿਹੜੇ ਪੜ੍ਹੇ ਜਾਂਦੇ, ਦੱਸੋ ਕਾਲਾ ਜਾਦੂ ਕਿਵੇਂ ਕਰਦੇ ਹੈ। ਉਹ ਹੱਸ ਪਏ ਸੁਣ ਕੇ, ਕਹਿਣ ਲੱਗੇ ਬਾਬਾ ਜੀ ਉਹ ਤਾਂ ਕਾਲਾ ਜਾਦੂ ਇੱਥੇ ਕਈਆਂ ਨੂੰ ਪਤਾ ਕਰਨ ਦਾ ਮੰਤਰ, ਤਾਂ ਕਿਉਂਕਿ ਉਹ ਮਸ਼ਹੂਰ ਜੋ ਜਿੱਥੇ ਚੀਜ਼ ਹੋਵੇ ਉੱਥੇ ਕਈਆਂ ਸਿੱਖੀ ਹੁੰਦੀ ਹੈ ਨਾ, ਤੋ ਉਹ ਤਾਂ ਸਾਧ ਸੰਗਤ ਜੀ ਕਾਲਾ ਇਲਮ ਕਹਿ ਦਿੰਦੇ ਆ, ਕਾਲਾ ਜਾਦੂ ਕਹਿ ਦਿੰਦੇ ਆ, ਕਈ ਪ੍ਰਕਾਰ ਦੇ ਉਹ ਮੰਤਰ ਕਹਿੰਦੇ। ਸਾਡੇ ਕੋਲ ਪਰ ਵੱਡਾ ਮੰਤਰ ਹੈ, ਉਹਦੇ ਉੱਤੇ ਕਾਲਾ ਜਾਦੂ ਨਹੀਂ ਚੱਲਦਾ, ਕਾਲਾ ਇਲਮ ਕੋਈ ਕਰੇ ਨਹੀਂ ਚੱਲਦਾ। ਤੇ ਉਹ ਸਿੰਘ ਕਹਿਣ ਲੱਗੇ ਕਿ ਵੱਡਾ ਮੰਤਰ ਕਿਹੜਾ, ਫਿਰ ਉਹ ਦਿਖਾਓ। ਤੇ ਜਦੋਂ ਤਸਵੀਰ ਤੇ ਲਿਖਿਆ ਹੋਇਆ ਉਹਨਾਂ ਲਿਆਂਦਾ, ਤੇ ਸਾਧ ਸੰਗਤ ਜੀ ਮੂਲ ਮੰਤਰ ਸੀਗਾ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਇੱਥੇ ਆਏ ਹੈ, ਤੇ ਇਹ ਸਾਡੀ ਪੀੜ੍ਹੀਆਂ ਤਾਂ ਚਲਿਆ ਆ ਰਿਹਾ ਹੈ। ਤੇ ਸਿੰਘ ਕਹਿੰਦੇ ਤਾਂ ਮੂਲ ਮੰਤਰ ਹੈ। ਕਹਿੰਦੇ ਨਹੀਂ, ਸਾਨੂੰ ਨਹੀਂ ਪਤਾ, ਅਸੀਂ ਇਹਨੂੰ ਵੱਡਾ ਮੰਤਰ ਕਹਿੰਦੇ ਆ, ਕਿ ਜਦੋਂ ਕੋਈ ਕਾਲਾ ਜਾਦੂ ਵੀ ਲਾਉਣਾ ਹੋਵੇ ਨਾ, ਤੇ ਇਸ ਮੰਤਰ ਦਾ ਹੀ ਅਸੀਂ ਪਾਠ ਜਾਪ ਕਰਦੇ ਹਾਂ, ਤੇ ਕਾਲਾ ਜਾਦੂ ਵੀ ਲਾ ਦਿੰਦਾ ਇਹ ਮੰਤਰ। ਇਸ ਕਰਕੇ ਸਾਡੇ ਵਿੱਚ ਇਹਨੂੰ ਵੱਡਾ ਮੰਤਰ ਕਿਹਾ ਜਾਂਦਾ, ਇਸ ਤੋਂ ਵੱਡਾ ਹੋਰ ਕੋਈ ਆਪਾਂ ਮੰਤਰ ਨਹੀਂ ਮੰਨਦੇ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਨਿਰਮਲ ਵੈ ਸਤਿਗੁਰੂ ਜੀ ਦਾ ਮੰਤਰ, ਦਿਲ ਦੀ ਮੈਲ ਲਾ ਦਿੰਦਾ ਹੈ। ਜੇ ਮੈਲੇ ਚਿੱਤ ਵਾਲਾ ਵੀ ਕੋਈ ਇਸ ਮੰਤਰ ਦਾ ਜਾਪ ਕਰੇ ਨਾ, ਤੇ ਉਹਦੀ ਵੀ ਮੈਲ ਲਾ ਦਿੰਦਾ। ਜਿਵੇਂ ਇੱਕ ਪਠਾਨ ਨੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਕੋਲ ਇੱਛਾ ਕੀਤੀ ਸੀ, ਡਰਦਾ ਉੱਥੇ ਬੋਲ ਤਾਂ ਨਹੀਂ ਸੀ ਸਕਿਆ, ਪਰ ਮੈਲੀ ਇੱਛਾ ਲੈ ਕੇ ਆ ਗਿਆ ਸੀ। ਮਹਾਂਪੁਰਖ ਕਹਿੰਦੇ ਨੇ ਕਿ ਪਠਾਣਾ ਤੂੰ ਆ ਗਿਆ ਹੁਣ ਗੁਰੂ ਨਾਨਕ ਸਾਹਿਬ ਦੇ ਦਰ ਤੇ, ਪਰ ਇੱਛਾ ਤੇਰੀ ਬੜੀ ਮਾੜੀ ਹੈ। ਕਹਿੰਦੇ ਚੰਗਾ ਮੂਲ ਮੰਤਰ ਦਾ ਜਾਪ ਕਰੀ, ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਤੇ ਸਾਧ ਸੰਗਤ ਜੀ 20 ਦਿਨਾਂ ਦੇ ਵਿੱਚ ਹੀ ਉਹਦਾ ਚਿੱਤ ਨਿਰਮਲ ਹੋ ਗਿਆ। ਤੇ ਜਿਸ ਔਰਤ ਵਾਸਤੇ ਉਹ ਜਾਪ ਕਰਦਾ ਸੀ, ਜਿਹਦੀ ਪ੍ਰਾਪਤੀ ਵਾਸਤੇ, ਜਦੋਂ ਉਹ ਕੋਲ ਆ ਕਰਕੇ ਖੜ ਗਈ ਤੇ ਉਹਨੂੰ ਮਾਤਾ ਕਹਿ ਕੇ ਉਸਨੇ ਸਤਿਕਾਰ ਦਿੱਤਾ, ਇੰਨਾ ਚਿੱਤ ਨਿਰਮਲ ਹੋ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਪਰਮੇਸ਼ਰ ਦੀ ਆਰਾਧਨਾ ਕਰੀਏ, ਜਿਹੜਾ ਨਿਰਮਲ ਮੰਤਰ ਹੈ, ਪਵਿੱਤਰ ਮੰਤਰ ਹੈ। ਤੇ ਕਈਆਂ ਦੇ ਵਿੱਚ ਸਾਧ ਸੰਗਤ ਜੀ ਉਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਜਿਹੜੇ ਹੈ 72 ਹੂਰਾਂ ਮਿਲਣਗੀਆਂ ਤੇ ਅੰਗੂਰਾਂ ਦੀ ਸ਼ਰਾਬ ਪੀਣ ਨੂੰ ਮਿਲੇਗੀ। ਇਹੋ ਜੀ ਲਿਪਸਾ ਵਾਲੀ ਸਿੱਖਿਆ ਨਹੀਂ ਮਹਾਰਾਜ ਦੀ ਬਾਣੀ ਦੇ ਅੰਦਰ। ਇਹ ਤਾਂ ਨਿਰਮਲ ਬਾਣੀ ਹੈ, ਪਵਿੱਤਰ ਬਾਣੀ ਹੈ। ਇੱਥੇ ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਕਿ ਭਾਈ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਦਾ ਥਾਂ। ਜਿਹੋ ਜਿਹਾ ਕਰਮ ਕਰੋਗੇ ਉਹੋ ਜਿਹਾ ਭੋਗਣਾ ਪਵੇਗਾ। ਵਾਹਿਗੁਰੂ ਦਾ ਨਾਮ ਆਰਾਧੋਗੇ, ਨਿਰਮਲ ਮੰਤਰ ਨੂੰ ਜਪੋਗੇ, ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਬਾਣੀ ਪੜ੍ਹੋਗੇ, ਤੇ ਚਿੱਤ ਦੀਆਂ ਵੀ ਸਾਰੀਆਂ ਮੈਲਾਂ ਇਹ ਮੰਤਰ ਲਾ ਦੇਵੇਗਾ। ਜਪਜੀ ਸਾਹਿਬ ਮਾਲਾ ਮੰਤਰ ਹੈ।
ਇੱਕ ਓੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਗੁਰ ਪ੍ਰਸਾਦ ਤੱਕ ਮਹਾ ਮੰਤਰ ਹੈ, ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਸਾਧ ਸੰਗਤ ਜੀ ਮੰਤਰਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਨਿਰਮਲ ਮੰਤਰ ਨੇ ਸਾਰੇ ਸਤਿਗੁਰਾਂ ਜੀ ਨੇ ਦਿੱਤੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਉੱਜਲ ਮੰਤਰ ਹੈ ਨਾ ਪੂਰੇ ਗੁਰੂ ਜੀ ਦਾ ਦਿੱਤਾ ਹੋਇਆ, ਉਸ ਨਿਰਮਲ ਮੰਤਰ ਦਾ ਜਾਪ ਕਰੋ ਤਾਂ ਸਭ ਮਨ ਦੀਆਂ ਮੈਲਾਂ ਮੰਤਰ ਲਾ ਦਿੰਦਾ ਏ। ਕੀਮਤ ਕਹਿਣ ਨਾ ਜਾਈਐ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਭਾਈ ਕੀਮਤ ਜਿਹੜੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ। ਨਾ ਕੋਈ ਵਿਦਿਆ ਕਰਕੇ ਕਹਿ ਸਕਦਾ ਹੈ, ਨਾ ਕੋਈ ਸਰੀਰ ਦੀ ਸ਼ਕਤੀ ਕਰਕੇ, ਨਾ ਸੁਰਤੀ ਦੀ ਸ਼ਕਤੀ ਕਰਕੇ ਕੋਈ ਵਾਹਿਗੁਰੂ ਦੀ ਕੀਮਤ ਨਹੀਂ ਕਥਨ ਕਰ ਸਕਦਾ। ਪਰਮੇਸ਼ਰ ਬੇਅੰਤ। ਉਹ ਜਿਹੜਾ ਪਰਮ ਈਸ਼ਵਰ ਹੈ ਨਾ ਮਹਾਰਾਜ ਕਹਿੰਦੇ ਭਾਈ ਉਹ ਬੇਅੰਤ ਹੈ। ਤੋ ਈਸ਼ਰ ਮੰਨੇ ਆ ਸਾਧ ਸੰਗਤ ਜੀ, ਇੱਕ ਗਣੇਸ਼ ਈਸ਼ਰ ਮੰਨਿਆ ਹੈ, ਇੱਕ ਸੂਰਜ ਈਸ਼ਰ ਮੰਨਿਆ ਹੈ, ਇੱਕ ਸ਼ਿਵ ਜੀ ਨੂੰ ਈਸ਼ਰ ਮੰਨਿਆ, ਵਿਸ਼ਨੂੰ ਨੂੰ ਵੀ ਈਸ਼ਰ ਮੰਨਿਆ ਹੈ। ਇਸ ਤਰ੍ਹਾਂ ਇਹ 5 ਈਸ਼ਰ ਮੰਨੇ ਆ। ਮਹਾਰਾਜ ਕਹਿੰਦੇ ਭਾਈ ਇਹਨਾਂ 5ਵਾਂ ਤੋਂ ਵੀ ਵੱਡਾ ਜਿਹੜਾ ਨਾ ਉਹ ਪਰਮੇਸ਼ਵਰ ਹੈ, ਵਾਹਿਗੁਰੂ ਆਪ ਹੈ ਜੋ ਸਾਰਿਆਂ ਦਾ ਈਸ਼ਵਰ ਹੈ। ਗਰੀਬ ਨਵਾਜ ਕਹਿੰਦੇ ਭਾਈ ਉਹ ਬੇਅੰਤ ਹੈ, ਉਹਦਾ ਅੰਤ ਨਹੀਂ, ਕੋਈ ਦੇਵੀ ਦੇਵਤਾ ਨਹੀਂ ਪਾ ਸਕਦਾ। ਜਿਸ ਮਨ ਵਸੈ ਨਰਾਇਣ। ਮਹਾਰਾਜ ਕਹਿੰਦੇ ਨਾਰਾਇਣ ਜਿਹਦੇ ਅੰਦਰ ਨਹੀਂ ਆ ਰਾਇਣ, ਰਾਇਣ ਤੋਂ ਭਾਵ ਹੁੰਦਾ ਰਾਤ, ਜਿਹਦੇ ਅੰਦਰ ਅਵਿਦਿਆ ਰੂਪੀ ਮਹਾਰਾਜ ਕਹਿੰਦੇ ਭਾਈ ਰਾਤ ਨਹੀਂ ਹੈ। ਜਿਸ ਮਨ ਵਸੈ ਨਰਾਇਣੋ, ਤੇ ਜਿਹਦੇ ਅੰਦਰ ਅਵਿਦਿਆ ਰੂਪੀ ਰਾਤ ਨਹੀਂ, ਐਸਾ ਜੋ ਨਾਰਾਇਣੋ ਪਰਮੇਸ਼ਰ ਹੈ ਵਾਹਿਗੁਰੂ, ਜਿਸ ਨੂੰ ਮਹਾਰਾਜ ਕਹਿੰਦੇ ਭਾਈ ਵਿਸਰਦਾ ਨਹੀਂ। ਜਿਹਦੇ ਮਨ ਦੇ ਅੰਦਰ ਮੇਰਾ ਵਾਹਿਗੁਰੂ ਨਾਰਾਇਣ ਜੋ ਸਾਰਿਆਂ ਨਰਾਂ 'ਚ ਆਇਆ ਹੋਇਆ ਵਸ ਜਾਂਦਾ ਏ। ਸੋ ਕਹੀਐ ਭਗਵੰਤ। ਸਤਿਗੁਰੂ ਜੀ ਕਹਿੰਦੇ ਭਾਈ ਉਸ ਨੂੰ ਖਟ ਭਗਾਂ ਸੰਪੂਰਨ ਭਗਵੰਤ ਦਾ ਵਾਹਿਗੁਰੂ ਦਾ ਸਰੂਪ ਹੀ ਕਿਹਾ ਜਾ ਸਕਦਾ ਹੈ। ਉਹਨੂੰ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦਾ ਰੂਪ ਹੀ ਕਹੀਦਾ ਹੈ। ਜਿਸ ਨੂੰ ਪਰਮੇਸ਼ਰ ਨਹੀਂ ਨਾ ਵਿਸਰਦਾ ਉਹ ਵਾਹਿਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਵਾਲੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕਿ ਹਰੀ ਦਾ ਸੇਵਕ ਹਰੀ ਜੈਸਾ ਹੀ ਹੋ ਜਾਂਦਾ ਹੈ। ਇਹੋ ਜੀ ਦਾਤ ਪ੍ਰਾਪਤ ਹੁੰਦੀ ਹੈ। ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਨਾਮੀ ਦੀ ਪਦਵੀ ਵਿੱਚ ਸਾਧ ਸੰਗਤ ਜੀ ਨਾਮ ਅਭੇਦ ਕਰ ਦਿੰਦਾ ਹੈ। ਬੂੰਦ ਸਾਗਰ 'ਚ ਮਿਲੀ ਹੋਈ ਬੂੰਦ ਨਹੀਂ ਅਖਵਾਉਂਦੀ, ਸਾਗਰ ਦਾ ਹੀ ਰੂਪ ਬਣ ਜਾਂਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਹਰੀ ਜੈਸੇ ਹੀ ਉਹ ਹੋ ਜਾਂਦੇ ਹੈ, ਭਗਵੰਤ ਦਾ ਸਰੂਪ ਬਣ ਜਾਂਦੇ। ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਇਹ ਵਾਹਿਗੁਰੂ ਦਾ ਰੂਪ ਹੀ ਹਨ। ਜੇ ਕੇ ਲੋਚਾ ਪੂਰੀਐ। ਜਿੰਨੀਆਂ ਦਿਲ ਦੀਆਂ ਇੱਛਾ ਹਨ ਮਹਾਰਾਜ ਕਹਿੰਦੇ ਸਾਰੀਆਂ ਹੀ ਲੋਚਾਂ ਇੱਛਾ ਨੂੰ ਮੇਰਾ ਵਾਹਿਗੁਰੂ ਪੂਰੀਆਂ ਕਰ ਦੇਣ ਵਾਲਾ ਹੈ। ਜਿਹੜਾ ਪਰਮੇਸ਼ਰ ਨਾਲ ਜੁੜਦਾ ਉਹਦੀ ਕੋਈ ਆਸ ਅਧੂਰੀ ਨਹੀਂ ਰਹਿੰਦੀ। ਵਾਹਿਗੁਰੂ ਸਭ ਉਸ ਦੀਆਂ ਇੱਛਾ ਪੂਰੀਆਂ ਕਰ ਦਿੰਦੇ ਆ। ਮਿਲੈ ਸੁਆਮੀ ਕੰਤ। ਜਿਹਨੂੰ ਸੁਆਮੀ ਮਾਲਕ ਕੰਤਪਤੀ ਵਾਹਿਗੁਰੂ ਮਿਲ ਜਾਂਦਾ ਹੈ ਉਹਦੀ ਕੀ ਇੱਛਾ ਸਾਧ ਸੰਗਤ ਜੀ ਅਧੂਰੀ ਰਹਿਣੀ ਹੈ। ਉਹਨੂੰ ਤਾਂ ਸਭ ਕੁਝ ਹੀ ਫਿਰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਜੀ ਉਹਦੇ ਵਾਸਤੇ ਤਾਂ ਜਿਵੇਂ ਹੱਥ ਦੀ ਹਥਾਲੀ ਤੇ ਹੀ ਰੱਖਿਆ ਹੋਵੇ ਸਾਰਾ ਕੁਝ, ਜਿਵੇਂ ਠਾਕੁਰ ਕਰ ਤਲ ਧਰਿਆ। ਮਹਾਰਾਜ ਮੰਗਣ ਵਾਸਤੇ ਵੀ ਕਹਿੰਦੇ ਤੈਨੂੰ ਦੇਰ ਲੱਗੇਗੀ, ਲੈ ਤੇਰੀ ਤਲੀ ਤੇ ਹੀ ਧਰ ਦਿੰਨੇ ਆ ਸਭ ਕੁਝ। ਮਹਾਰਾਜ ਸੱਚੇ ਪਾਤਸ਼ਾਹ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। 9 ਨਿਧੀਆਂ 18 ਸਿੱਧੀਆਂ ਸਭ ਕੁਝ ਹੀ ਮਹਾਰਾਜ ਆਪਦੇ ਸੇਵਕ ਦੇ ਹੱਥ ਤੇ ਹੀ ਧਰ ਦਿੰਦੇ ਆ ਕਿ ਭਈ ਤੂੰ ਸਾਡੇ ਕੋਲੋਂ ਹੁਣ ਮੰਗੀ ਨਾ, ਤੈਨੂੰ ਮੰਗਣ ਦੀ ਲੋੜ ਨਾ ਪਵੇ, ਤੂੰ ਦੇ ਸਗੋਂ। ਇਹੋ ਮਹਾਰਾਜ ਭੰਡਾਰਾ ਹੀ ਬਖਸ਼ ਦਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜੂਰ ਕਹਿੰਦੇ ਐ ਜੀ ਕੀ ਲੋਚਾ ਪੂਰੀ ਹੈ। ਉਹਦੀਆਂ ਸਾਰੀਆਂ ਦਿਲ ਦੀਆਂ ਜਿਹੜੀਆਂ ਜੀਵ ਵਿੱਚ ਚਿਤਵੀਆਂ ਹੁੰਦੀਆਂ, ਮਨ ਵਿੱਚ ਇੱਛਾ ਜਿਹੜੀ ਕੀਤੀ ਹੁੰਦੀ ਹੈ, ਲੋਚ ਕੀਤੀ ਹੁੰਦੀ ਹੈ, ਉਹ ਮੇਰਾ ਵਾਹਿਗੁਰੂ ਪੂਰੀਆਂ ਕਰ ਦਿੰਦਾ ਹੈ। ਜਦੋਂ ਆਪ ਆ ਕਰਕੇ ਸੁਆਮੀ ਕੰਤਪਤੀ ਵਾਹਿਗੁਰੂ ਸਾਖਿਆਤ ਹੋ ਜਾਂਦਾ ਹੈ, ਮਿਲ ਜਾਂਦਾ ਹੈ, ਜਦੋਂ ਫਿਰ ਕੋਈ ਇੱਛਾ ਅਧੂਰੀ ਨਹੀਂ ਰਹਿੰਦੀ। ਨਾਨਕ ਜੀਵੈ ਜਪ ਹਰੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਤਾਂ ਹਰੀ ਦਾ ਨਾਮ ਜਪ ਜਪ ਕੇ ਹੀ ਜਿਉਂਦੇ ਆ। ਮਰਣੰ ਬਿਸਰਣੰ ਗੋਬਿੰਦਾ ਹੈ, ਜੀਵਨੰ ਹਰ ਨਾਮ ਧਿਆਵਣੈ। ਵਾਹਿਗੁਰੂ ਦਾ ਨਾਮ ਵਿਸਰ ਜਾਵੇ ਤੇ ਉਹਨਾਂ ਦੀ ਮੌਤ ਹੈ। ਜਦੋਂ ਵਾਹਿਗੁਰੂ ਦਾ ਨਾਮ ਚੇਤੇ ਕਰਦੇ ਆ ਤੇ ਆਪਣਾ ਜੀਵਨ ਮੰਨਦੇ ਆ। ਇੱਕ ਮਹਾਤਮਾ ਸੀਗੇ ਨਾਮ ਰਸੀਏ ਸਾਧ ਸੰਗਤ ਜੀ, ਜਦੋਂ ਉਹਨਾਂ ਕੋਲ ਸ਼ਾਮ ਦੇ ਪਹਿਰ ਇੱਕ ਪੂਜਨੀਕ ਸੰਤ ਆਏ
ਕਹਿਣ ਲੱਗੇ ਸੰਤ ਜੀ ਕੀ ਹਾਲ ਹੈ? ਕਹਿੰਦੇ ਮਹਾਰਾਜ ਅੱਜ ਤਾਂ ਮੈਂ ਮਰ ਗਿਆ ਸੀ। ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਪਹਿਲੇ ਪੈਰ ਤਾਂ ਮੈਂ ਮਰ ਗਿਆ ਸੀਗਾ, ਦੂਸਰੇ ਪੈਰ ਤਾਂ ਮਹਾਰਾਜ ਮੇਰਾ ਸੰਸਕਾਰ ਹੀ ਹੋ ਗਿਆ, ਤੇ ਤੀਸਰੇ ਪੈਰ ਤਾਂ ਮੇਰੀਆਂ ਹੱਡੀਆਂ ਵੀ ਪ੍ਰਵਾਹਤੀਆਂ। ਉਹ ਕਹਿਣ ਲੱਗੇ ਕੀ ਗੱਲ ਸੰਤ ਜੀ ਇੰਨੇ ਦੁਖੀ ਕਿਉਂ? ਕਹਿੰਦੇ ਹੁਣ ਆ ਚੌਥੇ ਪੈਰ 'ਚ ਮੈਂ ਫਿਰ ਜਿਉਂਦਾ ਹੋਇਆ, ਫਿਰ ਸਵਾਸ ਚੱਲੇ ਆ ਮੇਰੇ। ਕਹਿਣ ਲੱਗੇ ਇਦਾਂ ਕਿਉਂ ਕਹਿੰਦੇ ਹੋ? ਕਹਿੰਦੇ ਜਦੋਂ ਪਹਿਲਾ ਪੈਰ ਸੀ ਨਾ, ਇੱਕ ਸੰਸਾਰੀ ਆ ਗਿਆ, ਉਹ ਸੰਸਾਰੀਆਂ ਨੂੰ ਇਹੋ ਗੱਲਾਂ ਹੁੰਦੀਆਂ, ਮੇਰਾ ਮੁੰਡਿਆਂ ਨਹੀਂ ਆਖੇ ਲੱਗਦਾ, ਮੇਰੇ ਘਰ 'ਚ ਮੇਰੇ ਉਹ ਕਹਿਣੇ ਨਹੀਂ ਚੱਲਦੇ, ਮੇਰੇ ਕੋਲ ਪੈਸੇ ਨਹੀਂ ਪੂਰੇ ਹੁੰਦੇ, ਮੈਨੂੰ ਆਹ ਰੋਗ ਹੈ, ਮੇਰੇ ਗੋਡੇ ਦੁਖਦੇ ਆ, ਮੇਰੇ ਲੱਕ ਪੀੜ ਹੁੰਦੀ ਹੈ, ਇਹੋ ਹੁੰਦੀਆਂ ਸੰਸਾਰੀ ਦੀਆਂ ਗੱਲਾਂ। ਕਹਿੰਦੇ ਉਹਨਾਂ ਮੇਰੀ ਜਾਨ ਹੀ ਕੱਢ ਦਿੱਤੀ, ਮੈਂ ਮਰ ਹੀ ਗਿਆ। ਇਹੋ ਜਿਹੀਆਂ ਉਹਨੇ ਗੱਲਾਂ ਕੀਤੀਆਂ ਕਿ ਮੇਰੇ ਪ੍ਰਾਣ ਹੀ ਪੰਖੇਰੂ ਕਰ ਦਿੱਤੇ। ਤੇ ਫਿਰ ਕਹਿੰਦੇ ਦੂਸਰੇ ਪੈਰ ਇੱਕ ਏਡਾ ਨਖਿੱਧ ਆ ਗਿਆ, ਉਹਨੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਦੀ ਨਿੰਦਾ ਕਰੇ, ਕਦੇ ਕਿਸੇ ਦੀ ਚੁਗਲੀ ਕਰੇ। ਇਹ ਉਹ ਨਿੰਦਾ ਕਰਕੇ ਤੇ ਉਹ ਤਾਂ ਮੇਰਾ ਸੰਸਕਾਰ ਹੀ ਕਰ ਛੱਡਿਆ। ਤੇ ਜਿਹੜਾ ਤੀਜਾ ਪੈਰ ਸੀ, ਇੱਕ ਵਿਸ਼ਈ ਆਇਆ, ਉਹ ਵਿਕਾਰਾਂ ਦੀਆਂ ਗੱਲਾਂ ਕਰੀ ਜਾਵੇ, ਇਹੋ ਜਿਹਾ ਵਿਕਾਰਾਂ ਦਾ ਪ੍ਰਭਾਵ ਦੱਸੇ, ਤੇ ਉਹਨ ਤਾਂ ਮੇਰੇ ਗੰਗਾ ਹੀ ਵਿੱਚ ਫੁੱਲ ਹੀ ਪਾ ਛੱਡੇ, ਮੇਰੀਆਂ ਹੱਡੀਆਂ ਹੀ ਪ੍ਰਵਾਹ ਛੱਡੀਆਂ। ਇਸ ਤਰ੍ਹਾਂ ਦੀ ਬੁਰੀ ਹਾਲਤ ਕੀਤੀ। ਕਹਿੰਦੇ ਮਹਾਰਾਜ ਹੁਣ ਚੌਥਾ ਪੈਰ ਹੋਇਆ ਤੇ ਤੁਸੀਂ ਆਏ ਹੋ, ਤੁਹਾਨੂੰ ਵੇਖ ਕੇ ਮੇਰੇ ਫਿਰ ਸਵਾਸ ਪਏ ਆ, ਫਿਰ ਮਹਾਰਾਜ ਮੈਂ ਜਿਉਂਦਾ ਹੋਇਆ ਹਾਂ। ਇਉਂ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਦਾ ਇਹ ਸੁਭਾਅ ਹੁੰਦਾ ਹੈ, ਨਾਮ ਵਿੱਚ ਹੀ ਆਪਣੀ ਜ਼ਿੰਦਗੀ ਮੰਨਦੇ ਹੈ। ਕਈ ਵਾਰੀ ਉਹਨਾਂ ਨੂੰ ਮਜਬੂਰੀ ਖਾਤਰ ਕਈ ਸੋਚਦੇ ਹੁੰਦੇ ਆ ਜਿਵੇਂ ਹੰਕਾਰ ਨਾਲ ਨਹੀਂ ਬੋਲਦੇ, ਇਹ ਆਕੜ ਕਰਦੇ ਤਾਂ ਨਹੀਂ ਬੋਲਦੇ। ਨਹੀਂ ਭਾਈ, ਉਹ ਫਜ਼ੂਲ ਗੱਲਾਂ ਨਹੀਂ ਬੋਲਦੇ, ਵਿਅਰਥ ਗੱਲਾਂ ਨਹੀਂ ਆਪਣੇ ਮੁਖ ਤੋਂ ਬੋਲਦੇ, ਵਾਹਿਗੁਰੂ ਦਾ ਭਜਨ ਕਰਦੇ ਆ। ਜੇ ਕੋਈ ਗੁਰੂ ਸਾਹਿਬ ਦੀ ਉਸਤਤ ਵਾਲੇ ਬਚਨ ਕਹੇ ਤੇ ਕਹਾਏ, ਫਿਰ ਉਹ ਬਚਨ ਕਰ ਲੈਂਦੇ ਆ। ਕੋਈ ਪਰਮੇਸ਼ਰ ਦੀ ਸਿਫਤ ਕਰੇ ਜਾਂ ਸੁਣੇ, ਫਿਰ ਤਾਂ ਉਹ ਬਚਨ ਕਰ ਲੈਂਦੇ ਆ। ਫਜ਼ੂਲ ਗੱਲਾਂ, ਵਿਅਰਥ ਗੱਲਾਂ ਜਿਹੜੀਆਂ ਹਨ, ਉਹ ਸਾਧ ਸੰਗਤ ਜੀ ਨਹੀਂ ਬੋਲਦੇ। ਜੇ ਕੋਈ ਉਹਨਾਂ ਨੂੰ ਇਹੋ ਜਿਹਾ ਟੱਕਰ ਜਾਵੇ ਤੇ ਮਿਲ ਜਾਵੇ, ਮਜਬੂਰੀ ਖਾਤਰ ਬਹਿਣਾ ਹੀ ਪਵੇ ਕਿਤੇ ਉਹਦੇ ਲਾਗੇ, ਕਿਉਂਕਿ ਕਈ ਵਾਰੀ ਰਿਸ਼ਤੇਦਾਰੀ 'ਚ ਗਏ ਹੋਈਦਾ, ਉੱਥੋਂ ਉੱਠ ਕੇ ਜਾਣੋਂ ਵੀ ਮਜਬੂਰ ਹੁੰਦੇ ਆ, ਤੇ ਫਿਰ ਉਹਨਾਂ ਨੂੰ ਇਉਂ ਲੱਗਦਾ ਕਿ ਇੱਥੇ ਤਾਂ ਮੌਤ ਹੀ ਹੋ ਗਈ। ਤੇ ਜੇ ਫਿਰ ਕੋਈ ਨਿੰਦਾ ਹੀ ਕਰਨ ਲੱਗ ਪਏ, ਇਉਂ ਲੱਗਦਾ ਉਹਨਾਂ ਨੂੰ ਕਿ ਹੁਣ ਤਾਂ ਲੱਕੜਾਂ ਪਾ ਕੇ ਸਾੜਨ ਦੀ ਤਿਆਰੀ ਲੱਗੇ ਆ ਕਰਨ। ਤੇ ਫਿਰ ਜੇ ਕੋਈ ਵਿਸ਼ਿਆਂ ਵਕਾਰਾਂ ਦੀਆਂ ਗੱਲਾਂ ਕਰੇ, ਕਿਉਂਕਿ ਰਿਸ਼ਤੇਦਾਰੀਆਂ 'ਚ ਕਈਆਂ ਥਾਵਾਂ 'ਤੇ ਉਹ 'ਚ ਨੱਚਣਾ ਟੱਪਣਾ, ਗਾਣੇ ਤੇ ਅਸ਼ਲੀਲਤਾ ਬਾਹਲੀ ਹੁੰਦੀ ਹੈ, ਉੱਥੇ ਤੇ ਫਿਰ ਇਉਂ ਮਹਿਸੂਸ ਕਰਦੇ ਆ ਕਿ ਭਈ ਹੁਣ ਹੱਡੀਆਂ ਹੀ ਪਰਵਾਹ ਦੇਣਗੇ। ਇਸ ਤਰ੍ਹਾਂ ਦਾ ਦੁੱਖ ਮੰਨਦੇ ਆ। ਸਤ ਸੰਗਤ ਵਿੱਚ ਹੀ ਆਪਣਾ ਜਿਉਣਾ ਮੰਨਦੇ ਆ। ਜਦੋਂ ਸਤ ਸੰਗਤ ਮਿਲ ਜਾਵੇ, ਕੋਈ ਰੱਬ ਦਾ ਪਿਆਰਾ ਮਿਲ ਜਾਵੇ, ਉਦੋਂ ਸਾਧ ਸੰਗਤ ਜੀ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਹੈ ਹੁਣ ਜ਼ਿੰਦਗੀ ਪ੍ਰਾਪਤ ਹੋਈ ਹੈ, ਹੁਣ ਸਵਾਸ ਚੱਲੇ ਹੈ। ਕਬੀਰ ਸਾਹਿਬ ਜੀ ਨੂੰ ਵੀ ਜਿਵੇਂ ਕਿਹਾ ਸੀ ਨਾ ਕਿ ਰਾਮਾਨੰਦ ਜੀ ਨੇ, ਉਹ ਸਾਰੇ ਕਹਿੰਦੇ ਆ ਕਿ ਕਬੀਰ ਜੀ ਨੂੰ ਕਿ ਕੱਲ ਚੱਲ ਕਬੀਰਾ ਮੇਲਾ ਵੇਖਣ ਚੱਲੀਏ। ਰਾਮਾਨੰਦ ਜੀ ਕਹਿੰਦੇ ਚੱਲ ਕਬੀਰ ਜਾ, ਤੂੰ ਵੀ ਜਾ ਆ। ਤੇ ਜਦੋਂ ਸਾਰੇ ਜਾ ਆਏ ਤੇ ਉਹ ਪੁੱਛਿਆ ਰਾਮਾਨੰਦ ਜੀ ਨੇ ਕਿ ਤੁਸੀਂ ਕੀ ਕੀ ਵੇਖਿਆ? ਕੋਈ ਕਹੇ ਕਿ ਮੈਂ ਬੜੇ ਉੱਥੇ ਜਿਹੜੇ ਸੀ ਉਹ ਹੂੰਟੇ ਦੇਣ ਵਾਲੀਆਂ ਜਿਹੜੀਆਂ ਉਹ ਝਾਕੀਆਂ ਹੁੰਦੀਆਂ ਉਹ ਵੇਖੀਆਂ, ਕੋਈ ਕਹੇ ਮੈਂ ਕੁਝ ਖਾਧਾ, ਕੁਝ ਵੇਖਿਆ, ਮੱਲਾਂ ਦਾ ਘੋਲ ਵੇਖਿਆ। ਇਉਂ ਸਾਰੇ ਉਹ ਦੱਸਣ। ਤੇ ਕਬੀਰ ਸਾਹਿਬ ਜੀ ਨੂੰ ਪੁੱਛਿਆ, ਕਬੀਰ ਤੂੰ ਕੀ ਵੇਖਿਆ? ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਹ ਜਹ ਹਾਂ ਫਿਰਿਓ ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਹਰਾ ਉਜਰ ਮੇਰਾ ਭਾਏ। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਕਬੀਰ ਜਹ ਜਹ ਹਾਂ ਫਿਰਿਓ, ਜਿੱਥੇ ਜਿੱਥੇ ਕਹਿੰਦੇ ਮੈਂ ਫਿਰਿਆ ਵੇਖਿਆ, ਕੌਤਕ ਠਾਓ ਠਾਏ। ਉਹ ਬਾਜੀਗਰ ਕਿਤੇ ਬਾਜੀਆਂ ਪਾਉਂਦੇ ਆ, ਕੋਈ ਕਲਾ ਬਾਜੀ ਪਾਉਂਦਾ, ਕੋਈ ਰੱਸੀਆਂ ਤੇ ਜਿਵੇਂ ਤੁਰਦੇ ਹੁੰਦੇ ਮੇਲਿਆਂ ਤੇ। ਕਬੀਰ ਸਾਹਿਬ ਜੀ ਕਹਿੰਦੇ ਹੋ ਤਾਂ ਸਾਰੇ ਇਹ ਖੇਲਾਂ ਰਹੀਆਂ ਸੀ, ਬੜੇ ਲੋਕ ਮੌਜਾਂ ਕਰ ਰਹੇ ਸੀ, ਪਰ ਕਹਿੰਦੇ ਉੱਥੇ ਇੱਕ ਰੱਬ ਦਾ ਪਿਆਰਾ ਮਿਲ ਗਿਆ ਮੈਨੂੰ। ਕਬੀਰ ਜੀ ਕਹਿੰਦੇ ਉਹਦੇ ਨਾਲ ਫਿਰ ਰਾਮ ਦੇ ਨਾਮ ਦੀ ਚਰਚਾ ਹੋਈ ਸਾਡੀ ਤੇ ਬੜਾ ਆਨੰਦ ਆਇਆ। ਕਹਿੰਦੇ ਇੱਕ ਰਾਮ ਸਨੇਹੀ ਬਾਹਰਾ, ਉਹ ਰੱਬ ਦਾ ਪਿਆਰਾ ਨਾਮ ਮਿਲਦਾ, ਉਹਦੇ ਤੋਂ ਬਿਨਾਂ ਤੇ ਕਹਿੰਦੇ ਮੇਰੇ ਭਾ ਦਾ ਮੇਲਾ ਨਹੀਂ ਸੀ, ਸਾਰੀ ਉਜਾੜ ਹੀ ਸੀਗੀ, ਬੀਆਬਾਨ ਸੀਗਾ। ਇਉਂ ਸਾਧ ਸੰਗਤ ਜੀ ਰੱਬ ਦੇ ਪਿਆਰੇ ਵਾਹਿਗੁਰੂ ਦਾ ਨਾਮ ਜਪਣ 'ਚ ਹੀ ਆਪਣਾ ਜੀਵਨ ਮੰਨਦੇ ਐ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਨਾਨਕ ਜੀਵੈ ਜਪ ਹਰੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਭਾਈਓ ਜਿਉਂਦੇ ਆ ਜਪ ਕੇ ਹਰੀ ਨੂੰ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਹੋਰ ਉਤਸ਼ਾਹ ਆਉਂਦਾ ਹੈ।
ਜਿਵੇਂ ਜਿਵੇਂ ਜਪਦੇ ਆ ਤਿਵੇਂ ਤਿਵੇਂ ਆਨੰਦ ਤੇ ਉਹਨਾਂ ਨੂੰ ਉਤਸ਼ਾਹ ਮਿਲਦਾ ਏ। ਦੁਖ ਸਭੇ ਹੀ ਹੰਤ, ਸਾਰੇ ਜਿੰਨੇ ਦੋਸ਼ ਆ ਨਾ ਉਹਨਾਂ ਨੂੰ ਸਾਧ ਸੰਗਤ ਜੀ ਹੰਤ ਵਿਨਾਸ਼ ਕਰ ਦਿੰਦਾ ਹੈ ਵਾਹਿਗੁਰੂ ਦਾ ਨਾਮ। ਕਈ ਵੇਖ ਕਰਕੇ ਕਹਿੰਦੇ ਆ ਲਾ ਏਡਾ ਪਖੰਡੀ ਸੀ ਹੁਣ ਇਹ ਨਾਮ ਜਪਣ ਲੱਗ ਪਿਆ ਹੈ, ਇਹ ਇੰਨੀ ਸ਼ਰਾਬ ਪੀਂਦਾ ਸੀ ਹੁਣ ਇਹ ਭਜਨ ਕਰਨ ਲੱਗ ਪਿਆ ਹੈ। ਇਹ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਹੈ ਕਿ ਦੋਖ ਸਭੇ ਹੀ ਹੰਤ, ਸਾਰੇ ਹੀ ਜਿੰਨੇ ਦੋਸ਼ ਪਾਪ ਕੀਤੇ ਹੋਏ ਆ ਨਾ ਉਹਨਾਂ ਸਾਰਿਆਂ ਨੂੰ ਨਾਸ਼ ਕਰ ਦੇਣ ਵਾਲਾ ਹੈ ਤੇ ਉਹਨਾਂ ਦੀ ਹੱਤਿਆ ਹੀ ਕਰ ਦੇਣ ਵਾਲਾ ਹੈ। ਫਿਰ ਸਾਧ ਸੰਗਤ ਜੀ ਜਿੰਨੇ ਦੁੱਖ ਹਨ, ਸਰੀਰ ਨੂੰ ਦੁੱਖ ਲੱਗਦੇ ਆ, ਮਨ ਨੂੰ ਦੁੱਖ ਲੱਗਦੇ ਆ, ਉਹਨਾਂ ਸਾਰਿਆਂ ਦੁੱਖਾਂ ਦਾ ਵੀ ਵਿਨਾਸ਼ਕ ਹੈ ਵਾਹਿਗੁਰੂ ਦਾ ਨਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਭ ਦੁੱਖਾਂ ਨੂੰ ਸਭ ਦੋਸ਼ਾਂ ਨੂੰ ਵਿਨਾਸ਼ ਕਰ ਦੇਣ ਵਾਲਾ, ਨਾਸ਼ ਕਰ ਦੇਣ ਵਾਲਾ ਹੈ ਪਰਮੇਸ਼ਰ ਦਾ ਨਾਮ। ਜਪ ਜਪ ਕੇ ਜਿਉਂਦੇ ਆ ਵਾਹਿਗੁਰੂ ਦੇ ਪਿਆਰੇ। ਦਿਨ ਰਹਿਣ ਜਿਸ ਨਾ ਵਿਸਰੈ, ਮਹਾਰਾਜ ਜਿਹਨੂੰ ਦਿਨੇ ਰਾਤ ਹੀ ਵਾਹਿਗੁਰੂ ਨਹੀਂ ਭੁੱਲਦਾ ਉਹ ਕੈਸਾ ਹੈ। ਹਜੂਰ ਫਰਮਾਉਂਦੇ ਹਨ ਸੋ ਹਰਿਆ ਹੋਵੈ ਜੰਤ, ਮਹਾਰਾਜ ਕਹਿੰਦੇ ਭਾਈ ਉਹ ਜੀਵ ਜਿਹੜਾ ਨਾ ਉਹ ਪ੍ਰਾਣੀ ਮਹਾਰਾਜ ਕਹਿੰਦੇ ਭਾਈ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਹੁੰਦਾ ਹੈ। ਉਹਦੇ ਨੇਤਰਾਂ 'ਚ ਮਹਾਰਾਜ ਕਹਿੰਦੇ ਕਸ਼ਿਸ਼ ਹੁੰਦੀ ਹੈ, ਉਹਦੇ ਮੁਖ ਤੇ ਮਹਾਰਾਜ ਕਹਿੰਦੇ ਭਾਈ ਪ੍ਰਤਾਪ ਹੁੰਦਾ ਹੈ। ਇਹੋ ਜਿਹਾ ਹਰਿਆ ਭਰਿਆ ਹੁੰਦਾ ਹੈ ਕਿ ਸੁੱਕੀਆਂ ਸੜੀਆਂ ਰੂਹਾਂ ਵੀ ਉਹਦਾ ਦਰਸ਼ਨ ਕਰਕੇ ਹਰਿਆਵਲਤਾ ਪ੍ਰਾਪਤ ਕਰ ਜਾਂਦੀਆਂ। ਮਹਾਰਾਜ ਕਹਿੰਦੇ ਭਾਈ ਦਿਨ ਰਹਿਣ ਜਿਸ ਨਾ ਵਿਸਰੈ, ਜਿਹਨੂੰ ਦਿਨੇ ਵੀ ਨਹੀਂ ਮਹਾਰਾਜ ਵਿਸਦੇ, ਰਾਤ ਨੂੰ ਵੀ ਮਹਾਰਾਜ ਨਹੀਂ ਭੁੱਲਦੇ, ਉਹ ਇਹੋ ਜਿਹਾ ਸਾਧ ਸੰਗਤ ਜੀ ਹਰਿਆ ਹੁੰਦਾ ਹੈ ਜੀਵ। ਤੇ ਜਿਹਨੂੰ ਵਾਹਿਗੁਰੂ ਭੁੱਲੇ ਰਹਿੰਦੇ ਆ ਉਹਨ ਫਿਰ ਸੁੱਕਣਾ ਹੀ ਆ ਨਾ, ਜਿਵੇਂ ਪੌਦਾ ਪਾਣੀ ਤੋਂ ਬਿਨਾਂ ਸੁੱਕ ਸੜ ਜਾਂਦਾ ਹੈ, ਕੀ ਹਾਲਤ ਹੁੰਦੀ ਆ ਉਹਦੀ। ਇਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਭਾਈ ਹਾਲਤ ਹੁੰਦੀ ਹੈ ਜਿਹਨੂੰ ਮੇਰਾ ਵਾਹਿਗੁਰੂ ਨਾ ਦਿਨੇ ਭੁੱਲਦਾ ਹੈ ਨਾ ਰਾਤ ਨੂੰ ਵਿਸਰਦਾ ਹੈ। ਕਿਆ ਸਵਣਾ ਕਿਆ ਜਾਗਣਾ, ਗੁਰਮੁਖਾਂ ਨੂੰ ਇਹ ਅਵਸਥਾ ਪ੍ਰਾਪਤ ਹੈ। ਰਾਤ ਦਿਨ ਸੁੱਤਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਨਹਾਉਂਦਿਆਂ ਕਦੇ ਮਹਾਰਾਜ ਵਿਸਰਦੇ ਹੀ ਨਹੀਂ। ਵਾਹਿਗੁਰੂ ਹਰ ਵੇਲੇ ਉਹਨਾਂ ਨੂੰ ਚੇਤੇ ਰਹਿੰਦੇ ਆ। ਹਜੂਰ ਕਹਿੰਦੇ ਭਾਈ ਉਹ ਆਪ ਤਾਂ ਹਰੇ ਹੁੰਦੇ ਹੀ ਹੈ, ਉਹ ਹੋਰਨਾਂ ਨੂੰ ਵੀ ਜਿਹੜੇ ਸੁੱਕ ਗਏ ਆ ਨਾ ਨਾਮ ਤੋਂ ਬਿਨਾਂ, ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵੀ ਪ੍ਰੇਮ ਦੀ ਹਰਿਆਵਲਤਾ ਨਾਲ ਟਹਿਕਣ ਲਾ ਦਿੰਦੇ ਆ। ਸਰਬ ਕਲਾ ਪ੍ਰਭ ਪੂਰਣੋ, ਮੇਰਾ ਪ੍ਰਭੂ ਜੋ ਵਾਹਿਗੁਰੂ ਹੈ ਸਾਰੀਆਂ ਕਲਾਂ ਸ਼ਕਤੀਆਂ ਕਰਕੇ ਮਹਾਰਾਜ ਕਹਿੰਦੇ ਭਾਈ ਪੂਰਨ ਮੈਂ ਭਰਿਆ ਹੋਇਆ ਹੈ। ਕੋਈ ਸ਼ਕਤੀ ਮਹਾਰਾਜ ਕਹਿੰਦੇ ਭਾਈ ਕਿਸੇ 'ਚ ਜਿਵੇਂ ਕੋਈ ਸਾਧਨਾ ਕੀਤੀ ਹੋਵੇ ਤਾਂ ਕਹਿੰਦੇ ਇਹਦੇ ਕੋਲ ਤਾਂ ਇੰਨੀ ਕੁ ਸ਼ਕਤੀ ਹੈ। ਵਾਹਿਗੁਰੂ ਤਾਂ ਸ਼ਕਤੀਆਂ ਦਾ ਸੋਮ ਹੈ। ਮਹਾਰਾਜ ਕਹਿੰਦੇ ਭੇਰਾ ਮੇਰਾ ਵਾਹਿਗੁਰੂ ਸ਼ਕਤੀਆਂ ਦਾ ਮਹਾਰਾਜ ਕਹਿੰਦੇ ਭਾਈ ਸਾਗਰ ਹੈ ਭਰਿਆ ਹੋਇਆ, ਜਿਹਦੇ ਅੰਦਰ ਸਾਰੀਆਂ ਸ਼ਕਤੀਆਂ ਮੌਜੂਦ ਹਨ। ਮੰਝ ਨਿਮਾਣੇ ਥਾਓ, ਮਹਾਰਾਜ ਮੰਝ ਮੈਨੂੰ ਨਿਮਾਣੀ ਨੂੰ ਤਾਂ ਮਹਾਰਾਜ ਤੁਹਾਡਾ ਹੀ ਇੱਕ ਕਿਰਪਾ ਕਰਕੇ ਮਹਾਰਾਜ ਦਰ ਦਾ ਥਾਂ ਏ। ਮਹਾਰਾਜ ਹੋਰ ਕੋਈ ਆਸਰਾ ਨਹੀਂ, ਆਪ ਤਾਂ ਸਰਬ ਕਲਾ ਸਮਰੱਥ ਹੋ, ਸਾਰੀਆਂ ਸ਼ਕਤੀਆਂ ਕਰਕੇ ਸੰਪੰਨ ਹੋ। ਮਹਾਰਾਜ ਸਾਨੂੰ ਆਪਣਾ ਕਿਰਪਾ ਕਰਕੇ ਸਰੂਪ ਰੂਪੀ ਥਾਂ ਬਖਸ਼ ਦਿਓ। ਮਹਾਰਾਜ ਆਪ ਦੀ ਸਾਖਿਆਤ ਦੇ ਦਿਓ। ਮਹਾਰਾਜ ਸਾਨੂੰ ਮੰਝ ਮੈਨੂੰ ਨਿਮਾਣੀ ਨੂੰ ਕੋਈ ਥਾਂ ਨਹੀਂ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮਹਾਰਾਜ ਆਪ ਦੇ ਸਰੂਪ ਰੂਪੀ ਥਾਂ ਸਾਨੂੰ ਬਖਸ਼ ਦਿਓ। ਤੁਹਾਡਾ ਹੀ ਦੁਆਰਾ ਮਹਾਰਾਜ ਸਾਨੂੰ ਹੈ, ਹੋਰ ਕੋਈ ਦਰ ਦਾ ਨਹੀਂ ਆਸਰਾ। ਹਰ ਓਟ ਗਹੇ ਮਨ ਅੰਦਰੇ, ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਮਨ ਦੇ ਇੱਥੇ ਵੀ ਪਾਠ ਅੰਦਰ ਅੰਤਰੇ ਹੈ, ਪਰ ਦਮਦਮਾ ਸਾਹਿਬ ਦਾ ਪਾਠ ਅੰਦਰੇ ਹੀ ਹੈ। ਫਿਰ ਪੜ੍ਹਦੇ ਹੋ ਹਰ ਓਟ ਗਹੇ ਮਨ ਅੰਦਰੇ, ਜਿਨ੍ਹਾਂ ਨੇ ਮਨ ਦੇ ਅੰਦਰ ਵਿੱਚ ਮਹਾਰਾਜ ਕਹਿੰਦੇ ਭਾਈ ਮੇਰੀ ਹਰੀ ਦੀ ਓਟ ਗ੍ਰਹਿਣ ਕਰ ਲਈ ਹੈ, ਧਾਰਨ ਕਰ ਲਈ ਆ। ਜਪ ਜਪ ਜੀਵਾਨਾਓ, ਮਹਾਰਾਜ ਕਹਿੰਦੇ ਉਹ ਤਾਂ ਕਹਿੰਦੇ ਮਹਾਰਾਜ ਅਸੀਂ ਤਾਂ ਤੇਰਾ ਨਾਮ ਜਪ ਜਪ ਕੇ ਜਿਉਂਦੇ ਆ, ਹੋਰ ਕੋਈ ਸਾਨੂੰ ਮਹਾਰਾਜ ਜੀਵਨ ਦਾ ਆਧਾਰ ਨਹੀਂ ਹੈ। ਜਿਨ੍ਹਾਂ ਨੇ ਓਟ ਧਾਰਨ ਕਰ ਲਈ ਹੈ, ਅੰਦਰ ਆਸਰਾ ਹੀ ਵਾਹਿਗੁਰੂ ਦਾ ਹੈ, ਉਹ ਨਾਮ ਨੂੰ ਜਪ ਜਪ ਕੇ ਜਿਉਂਦੇ ਹਨ। ਕਰ ਕਿਰਪਾ ਪ੍ਰਭ ਆਪਣੇ, ਇਹ ਵਾਹਿਗੁਰੂ ਆਪਣੀ ਕਿਰਪਾ ਮਹਾਰਾਜ ਸਾਡੇ ਤੇ ਕਰੋ, ਦਇਆ ਕਰੋ। ਜਨ ਧੂੜੇ ਸੰਗ ਸਮਾਓ, ਮਹਾਰਾਜ ਜਿਹੜੇ ਤੁਹਾਡੇ ਪਿਆਰੇ ਆ ਨਾ ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਹੀ ਮੈਂ ਸਮਾ ਜਾਵਾਂ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਜਿਹੜੇ ਮਹਾਰਾਜ ਤੁਹਾਡਾ ਨਾਮ ਪ੍ਰੀਤ ਨਾਲ ਜਪਦੇ ਐ, ਆਪ ਨਾਲ ਮਹਾਰਾਜ ਜਿਨ੍ਹਾਂ ਦਾ ਪ੍ਰੇਮ ਲੱਗ ਗਿਆ ਹੈ,
ਐਸੇ ਜਨਾਂ ਪਿਆਰਿਆਂ ਦੇ ਚਰਨਾਂ ਦੀ ਧੂੜੀ ਵਿੱਚ ਹੀ ਮਹਾਰਾਜ ਅਸੀਂ ਸਮਾ ਜਾਈਏ। ਇਹ ਨਿਮਰਤਾ ਤੋਂ ਭਾਵ ਹੈ ਮਹਾਰਾਜ, ਆਪ ਦੇ ਦਾਸਾਂ ਦੇ ਦਾਸ ਬਣ ਕਰਕੇ, ਗੋਲੇ ਬਣ ਕੇ ਮਹਾਰਾਜ ਅਸੀਂ ਸਦਾ ਗੁਲਾਮ ਬਣ ਕੇ ਸੇਵਾ ਕਰੀਏ। ਐਸੀ ਮਹਾਰਾਜ ਸਾਡੇ ਤੇ ਦਇਆ ਕਿਰਪਾ ਕਰੋ। ਜਿਉ ਤੂੰ ਰਾਖੈ ਤਿਉ ਰਹਾ। ਮਹਾਰਾਜ ਕਿਸੇ ਦਾ ਕੀ ਜ਼ੋਰ ਹੈ ਮਹਾਰਾਜ, ਜਿਵੇਂ ਤੁਸੀਂ ਰੱਖਦੇ ਹੋ ਤਿਵੇਂ ਮਹਾਰਾਜ ਸਾਡਾ ਰਹਿਣਾ ਹੁੰਦਾ ਹੈ। ਤੁਹਾਡੇ ਹੁਕਮ ਵਿੱਚ ਹੀ ਮਹਾਰਾਜ ਇਹ ਕਿਰਪਾ ਕਰੋ ਕਿ ਤੁਹਾਡੇ ਹੁਕਮ ਵਿੱਚ ਮਹਾਰਾਜ ਅਸੀਂ ਰਹਿਣਾ ਕਰੀਏ, ਭਾਣਾ ਸਾਨੂੰ ਮਿੱਠਾ ਲੱਗੇ। ਤੇਰਾ ਦਿੱਤਾ ਪਹਿਨਾ ਖਾਓ। ਫਿਰ ਆਪ ਦਾ ਦਿੱਤਾ ਹੋਇਆ ਹੀ ਮਹਾਰਾਜ ਅਸੀਂ ਪਹਿਨਦੇ ਹਾਂ। ਮਹਾਰਾਜ ਤੁਹਾਡਾ ਦਿੱਤਾ ਹੋਇਆ ਹੀ ਭੋਜਨ ਮਹਾਰਾਜ ਅਸੀਂ ਜਿਹੜਾ ਉਹ ਖਾਂਦੇ ਹਾਂ। ਐਸਾ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਬਰ ਤੇ ਸੰਤੋਖ ਬਖਸ਼ੋ। ਪਰ ਰਬ ਦੇ ਇਹੋ ਜਿਹੇ ਸ਼ਾਕਰ ਬਣਾ ਦਿਓ ਕਿ ਜੋ ਸੁਤੇ ਪਹਿਨਣ ਨੂੰ ਮਿਲੇ ਮਹਾਰਾਜ, ਤੇ ਜੋ ਮਹਾਰਾਜ ਸੁਤੇ ਖਾਣ ਨੂੰ ਮਿਲੇ ਉਹਦੇ 'ਚ ਹੀ ਤ੍ਰਿਪਤੀ ਰਹੇ। ਕਦੇ ਲਾਲਸਾ ਨਾ ਮਹਾਰਾਜ ਮਨ ਦੇ ਅੰਦਰ ਉੱਠੇ, ਕਦੇ ਪਹਿਰਨ ਦੀ ਕੋਈ ਲਾਲਸਾ ਨਾ ਉੱਠੇ। ਮਹਾਰਾਜ ਤੁਹਾਡਾ ਦਿੱਤਾ ਹੋਇਆ ਹੀ ਅਸੀਂ ਪਹਿਨਦੇ ਹਾਂ, ਤੁਹਾਡਾ ਦਿੱਤਾ ਹੋਇਆ ਹੀ ਮਹਾਰਾਜ ਖਾਂਦੇ ਹਾਂ। ਤੇ ਮਹਾਰਾਜ ਸਾਨੂੰ ਸ਼ਰਮ ਸੁਰਤ ਕਾ ਕੱਪੜਾ ਪਹਿਰੋ। ਉਹ ਮਹਾਰਾਜ ਵਕਾਰਾਂ ਵੱਲੋਂ ਸ਼ਰਮ ਕਰਨ ਦਾ ਕੱਪੜਾ ਦੇ ਦਿਓ, ਸ਼ਬਦ ਵਿੱਚ ਸੁਰਤ ਜੋੜਨ ਦਾ ਮਹਾਰਾਜ ਕੱਪੜਾ ਦੇ ਦਿਓ। ਕਿਰਪਾ ਕਰੋ ਮਹਾਰਾਜ। ਤੇ ਫਿਰ ਗਰੀਬ ਨਵਾਜ ਆਪਣੇ ਨਾਮ ਦਾ ਭੋਜਨ ਮਹਾਰਾਜ ਸਾਨੂੰ ਦਿਓ, ਜਿਸ ਕਰਕੇ ਮਹਾਰਾਜ ਸਾਡੀ ਤ੍ਰਿਪਤੀ ਹੋ ਜਾਵੇ। ਉਦਮ ਸੋਏ ਕਰਾਏ ਪ੍ਰਭ। ਤੇ ਫਿਰ ਸਾਧ ਸੰਗਤ ਜੀ ਮਹਾਰਾਜ ਇਹ ਵੀ ਆਖਿਆ ਨਾ, ਕੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਜੇ ਭਾਈ ਕੋਈ ਨਾਮ ਦਾ ਕੱਪੜਾ ਪਹਿਰ ਲਵੇ, ਨਾਮ ਦਾ ਭੋਜਨ ਖਾ ਲਵੇ, ਉਹਦਾ ਫਿਰ ਉਧਾਰ ਕਲਿਆਣ ਹੋ ਜਾਂਦਾ ਹੈ। ਫਿਰ ਉਦਮ ਸੋਈ ਕਰਾਏ ਪ੍ਰਭ। ਮਹਾਰਾਜ ਕਹਿੰਦੇ ਭਾਈ ਉਦਮ ਤਾਂ ਉਹ ਹੀ ਹੈ ਜਿਹੜਾ ਮੇਰਾ ਵਾਹਿਗੁਰੂ ਉਦਮ ਕਰਾਵੇ। ਮਿਲ ਸਾਧੂ ਗੁਣ ਗਾਓ। ਕਿਹੜਾ ਉਦਮ? ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਦੇ ਗੁਣ ਗਾਉਣ ਦਾ ਉਦਮ। ਕਈ ਸਾਧ ਸੰਗਤ ਜੀ ਇਉਂ ਵਕਾਰਾਂ ਦੇ ਭੋਗਣ ਦਾ ਕਰਨਾ ਹੋਵੇ ਤੇ ਉਦਮ ਬੜਾ, ਰਾਤ ਨੂੰ ਸੌਂਦੇ ਹੀ ਨਹੀਂ, ਇਸ ਤਰ੍ਹਾਂ ਦੀ ਹਾਲਤ ਹੈ। ਬੁਰੇ ਕਾਮ ਕੋ ਉਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਇਆ, ਇਸ ਤਰ੍ਹਾਂ ਦੀ ਹਾਲਤ ਹੈ। ਬੜਾ ਉਦਮ ਕਰਦੇ ਹੈ, ਬਹੁਤ ਜ਼ਿਆਦਾ ਰਾਤਾਂ ਨੂੰ ਜਾਗਦੇ ਹੈ, ਇੰਨਾ ਉਦਮ ਕਰਦੇ ਹੈ ਕਿ ਨੀਂਦ ਲਾਗੇ ਹੀ ਨਹੀਂ ਆਉਂਦੀ। ਪਰ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਸਾਨੂੰ ਮਹਾਰਾਜ ਕਿਰਪਾ ਕਰਕੇ ਉਦਮ ਕਰਾਓ। ਫਿਰ ਪੰਕਤੀ ਪੜੋ। ਮਿਲ ਸਾਧੂ ਉਦਮ ਸੋਈ ਕਰਾਏ ਪ੍ਰਭ, ਮਿਲ ਸਾਧੂ ਗੁਣ ਗਾਓ। ਮਹਾਰਾਜ ਉਹ ਉਦਮ ਸਾਡੇ ਕੋਲੋਂ ਕਰਾਓ ਕਿ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਆਪ ਦੇ ਗੁਣ ਗਾਈਏ, ਥੱਕੀਏ ਹੀ ਨਾ। ਐਸਾ ਉਦਮ ਕਰਕੇ ਜਿਹੜੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਾਗ ਪੈਂਦੇ ਐ, ਨਾਮ ਜਪਦੇ ਐ, ਉਦਮ ਕਰਦੇ ਐ। ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ, ਜੋ ਮਹਾਰਾਜ ਬਚਨ ਕਹੇ ਐ। ਫਿਰ ਉਦਮ ਕਰਦੇ ਐ ਸਾਧ ਸੰਗਤ ਜੀ ਮਹਾਰਾਜ ਸਾਹਿਬ ਦੀ ਸੰਗਤ ਕਰਨ ਦਾ, ਤੇ ਕੀਰਤਨ ਸੁਣਦੇ ਐ, ਕਥਾ ਸੁਣਦੇ ਐ, ਉਦਮ ਕਰਦੇ ਐ ਸੇਵਾ ਕਰਨ ਦਾ। ਤੇ ਕੀ ਐ, ਵੱਡੇ ਵੇਲੇ ਉੱਠੇ ਹੋਣ ਕਰਕੇ ਸਰੀਰ ਨੂੰ ਆਲਸ ਆਉਂਦੀ ਐ, ਪਰ ਫਿਰ ਮਨ ਨੂੰ ਕਹਿੰਦੇ ਹੋ ਮਨਾ ਤੂੰ ਉਦਮ ਕਰ, ਸੇਵਾ ਕਰ। ਕਿਉਂਕਿ ਇਹੋ ਜੀ ਹਾਲਤ ਸਾਧ ਸੰਗਤ ਜੀ ਕਹਿੰਦੇ ਆ, ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ ਬੜਾ ਲੰਮਾ ਸਮਾਂ ਇੱਥੇ ਸੇਵਾ ਕੀਤੀ ਹੈ। ਤੇ ਇੱਕ ਵਾਰੀ ਰਾਤ ਨੂੰ ਨਾ ਕਹਿੰਦੇ ਜਿੱਥੇ ਬਾਹਰ ਆ ਸਾਧ ਸੰਗਤ ਜੀ ਸਾਹਮਣੇ ਇੱਥੇ ਖੜਤਾਲਾਂ ਪਕੜ ਕੇ ਉਹ 10 ਵਜੇ ਕਈ ਵਾਰੀ ਇਉਂ ਭਜਨ ਕਰਨ ਲੱਗ ਜਾਂਦੇ ਹੁੰਦੇ, ਤੇ ਸਾਰਾ ਦਿਨ ਜਲ ਦੀ ਸੇਵਾ ਕਰਦੇ ਰਹਿਣਾ। ਉਦੋਂ ਤਾਂ ਇਸ ਤਰ੍ਹਾਂ ਥੋੜ੍ਹੀ ਸਵਾਇਆ ਸੰਗਤ ਆਉਂਦੀ ਹੁੰਦੀ ਸੀਗੀ। ਤੇ ਨਾਲੇ ਉਹਨਾਂ ਨੇ ਜਿਹੜੇ ਹੈ ਉਹ ਸਾਧ ਸੰਗਤ ਜੀ ਕਾਲੇ ਛੋਲੇ ਜਿਹੜੇ ਹੁੰਦੇ ਉਹ ਪਾਣੀ ਭਰ ਲੈਣਾ, ਉਹ ਜਿਹੜੇ ਭਿੱਜੇ ਛੋਲੇ ਵਰਤਾਉਣੇ। ਸਾਰੀ ਸਾਰੀ ਰਾਤ ਭਜਨ ਕਰਨਾ, ਸਾਰਾ ਸਾਰਾ ਦਿਨ ਸੇਵਾ ਕਰਨੀ। ਤੇ ਇੱਕ ਰਾਤ ਫਿਰ ਅਕਸਰ ਸਰੀਰ ਹੈ ਤੇ ਉਹ ਖੜਤਾਲਾਂ ਪਕੜੀਆਂ ਹੋਈਆਂ, ਤੇ ਭਜਨ ਕਰਦਿਆਂ ਹੋਇਆਂ ਦੀ ਝੋਕ ਇਹੋ ਜਿਹੀ ਲੱਗੀ, ਸਿੱਧਾ ਮੱਥਾ ਥੱਲੇ ਵੱਜਾ ਪੱਕੇ ਥਾਂ ਤੇ ਉਹ ਲਹੂ ਵਗਣ ਲੱਗ ਪਿਆ। ਤੇ ਫਿਰ ਕਿਸੇ ਪ੍ਰੇਮੀ ਨੇ ਵੇਖਿਆ, ਉਹ ਕਹਿਣ ਲੱਗਾ ਮਹਾਰਾਜ ਤੁਸੀਂ ਆਰਾਮ ਕਰ ਲਓ। ਤੇ ਸਗੋਂ ਖੜਤਾਲਾਂ ਪਕੜਦਿਆਂ ਹੋਇਆਂ ਇਹ ਆਪਣੇ ਮੁਖ ਤੋਂ ਸ਼ਬਦ ਕਹੇ, ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਬਨ ਹੋਏ ਗੋ ਲਾਂਬੇ ਗੋੜ ਪਸਾਰ। ਇੰਨੇ ਬਰਾਗ ਨਾਲ ਸਗੋਂ ਸ਼ਬਦ ਪੜਨ ਲੱਗ ਪਏ। ਐਡਾ ਉਦਮ ਕਰਦੇ ਆ ਮਹਾਰਾਜ। ਇਹੋ ਜਿਹਾ ਉਦਮ ਇਹੋ ਆਪਣੇ ਪਿਆਰਿਆਂ ਨੂੰ ਬਖਸ਼ ਦਿੰਦੇ ਆ। ਨੀਂਦ ਉਹਨਾਂ ਨੂੰ ਸਾਧ ਸੰਗਤ ਜੀ ਸਰੀਰ ਚੋਂ ਹੀ ਹਟ ਜਾਂਦੀ ਹੈ। ਫਿਰ ਭੁੱਖ ਤੇ ਉਹਨਾਂ ਦਾ ਖਹਿੜਾ ਹੀ ਛੱਡ ਜਾਂਦੀ ਹੈ। ਵਕਾਰ ਉਹਨਾਂ ਦੇ ਸਰੀਰ ਚੋਂ ਖੰਭ ਲਾ ਕੇ ਹੀ ਉੱਡ ਜਾਂਦੇ ਆ।
ਅਕਸ ਮਾਤਰ ਵੀ ਉਹਨਾਂ ਨੂੰ ਵਕਾਰ ਨਹੀਂ ਆਉਂਦਾ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ, ਮਹਾਰਾਜ ਸਾਡੇ ਕੋਲੋਂ ਵੀ ਉਹ ਉਦਮ ਕਰਾਓ ਕਿ ਵੱਡੇ ਅੰਮ੍ਰਿਤ ਵੇਲੇ ਭਜਨ ਕਰੀਏ। ਮਹਾਰਾਜ ਭਜਨ ਕਰਦੇ, ਕਥਾ ਕੀਰਤਨ ਸੁਣੀਏ, ਫਿਰ ਸੱਚੇ ਪਾਤਸ਼ਾਹ ਸਾਡੀ ਸੁਰਤ ਤੁਹਾਡੇ ਸ਼ਬਦ ਵਿੱਚ ਟਿਕ ਜਾਵੇ। ਹੱਥੀਂ ਮਹਾਰਾਜ ਸੇਵਾ ਕਰੀਏ। ਵੇਖ ਲਓ ਅਸੀਂ ਤਾਂ ਕਿਉਂ ਕਰਦੇ ਆ ਕਿ ਮੈਂ ਤਾਂ ਜੀ 4 ਵਜੇ ਦਾ ਉੱਠਿਆ, ਫਿਰ ਦਿਨੇ 4-4 ਘੰਟੇ ਸੌਂ ਲੈਣਾ ਕਿ ਮੈਂ ਤਾਂ ਅੰਮ੍ਰਿਤ ਵੇਲੇ ਉੱਠਿਆ। ਐਸੇ ਸਤਪੁਰਸ਼ ਜਿਹੜੇ ਸਾਧ ਸੰਗਤ ਜੀ 12 ਵਜੇ ਤੋਂ ਬਾਅਦ ਉੱਠ ਪੈਂਦੇ ਆ, 1-1:30 ਵਜੇ 2 ਵਜੇ ਉੱਠ ਪੈਂਦੇ ਆ, ਫਿਰ ਸਾਰਾ ਦਿਨ ਹੀ ਸੰਗਤਾਂ ਵਿੱਚ ਪਰਉਪਕਾਰੀ ਵਿਚਰਦੇ ਹੋਏ ਸੰਗਤਾਂ ਦੀ ਦੇਖਭਾਲ ਕਰਦੇ ਆ, ਲੰਗਰ ਵੇਖਦੇ ਆ। ਇਉਂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਇਹ ਉਦਮ ਕਰਾਉਂਦੇ ਆ ਗਰੀਬ ਨਵਾਜ। ਤੇ ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਸਾਡੇ ਕੋਲੋਂ ਉਹ ਉਦਮ ਕਰਾਓ ਕਿ ਆਪਦੀ ਸੰਗਤ ਵਿੱਚ ਹੀ ਮਹਾਰਾਜ ਸਾਡਾ ਮਨ ਲੱਗਾ ਰਹੇ, ਭਜਨ ਕਰਦੇ ਰਹੀਏ ਸਾਧੂਆਂ ਦੀ ਸੰਗਤ ਚ ਮਿਲ ਕਰਕੇ। ਦੂਜੇ ਜਾਏ ਨਾ ਸੁਝਾਏ, ਮਹਾਰਾਜ ਸਾਨੂੰ ਤਾਂ ਦੂਜੀ ਜਾਏ ਜਗ੍ਹਾ ਹੋਰ ਨਹੀਂ ਸੁਝਦੀ ਕੋਈ ਵੀ, ਕਿੱਥੇ ਚਲੇ ਜਾਈਏ। ਮਾਲਕ ਜਦੋਂ ਕੁੱਤੇ ਨੂੰ ਸੋਟੀ ਮਾਰਦਾ ਤੇ ਉਹ ਫਿਰ ਹਟ ਕੇ ਫਿਰ ਪੂਛ ਆਪਣੇ ਮਾਲਕ ਦੇ ਦਰ ਦੇ ਅੱਗੇ ਹੀ ਫੇਰਦਾ ਨਾ ਆ ਕਰਕੇ। ਮਹਾਰਾਜ ਸਾਨੂੰ ਹੋਰ ਦੂਜੀ ਕੋਈ ਜਾਏ ਜਗ੍ਹਾ ਨਹੀਂ, ਮਹਾਰਾਜ ਕਿੱਥੇ ਚਲੇ ਜਾਈਏ, ਤੁਹਾਡਾ ਦਰ ਮਹਾਰਾਜ ਛੱਡ ਕੇ ਅਸੀਂ ਕਿੱਧਰ ਜਾਈਏ। ਕਿਥਾ ਕੂਕਣ ਜਾਓ, ਜਿਵੇਂ ਕੂਕਦੇ ਆ ਨਾ, ਪਚਾਦੇ ਕੂਕ ਮਾਰਦੇ ਆ, ਇਉਂ ਮਹਾਰਾਜ ਕਿਹਦੇ ਕੋਲ ਕੂਕੀਏ, ਤੁਹਾਡੇ ਕੋਲ ਹੀ ਕੂਕਣਾ ਨਾ ਮਹਾਰਾਜ, ਤੁਹਾਡੇ ਅੱਗੇ ਹੀ ਮਹਾਰਾਜ ਅਸੀਂ ਫਰਿਆਦ ਕਰਨੀ ਹੈ ਨਾ। ਦੋਵੇਂ ਹੱਥ ਜੋੜ ਕਰਕੇ ਨਿਰੰਕਾਰ ਦੇ ਅੱਗੇ ਹੀ ਫਰਿਆਦ ਕਰਨੀ, ਮਹਾਰਾਜ ਦੇ ਅੱਗੇ ਕੂਕਣਾ, ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਹੋਰ ਮਹਾਰਾਜ। ਇਉਂ ਸਾਧ ਸੰਗਤ ਜੀ ਜਿਹੜੇ ਕਰਦੇ ਆ ਨਾ ਪ੍ਰੀਤ ਨਾਲ, ਮਹਾਰਾਜ ਫਿਰ ਉਹਨਾਂ ਨੂੰ ਆਪਣਾ ਹੀ ਬਣਾ ਲੈਂਦੇ ਆ। ਅਗਿਆਨ ਬਿਨਾਸਨ ਤਮ ਹਰਣ, ਮੇਰਾ ਵਾਹਿਗੁਰੂ ਕੈਸਾ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਅਗਿਆਨਤਾ ਦਾ ਹਨੇਰਾ ਨਾ ਉਹਨੂੰ ਨਾਸ਼ ਕਰ ਦੇਣ ਵਾਲਾ ਹੈ। ਤੇ ਤਮ ਸਾਧ ਸੰਗਤ ਜੀ, ਤਮ ਹਰਨ ਸੂਰਜ ਨੂੰ ਵੀ ਕਹਿੰਦੇ ਆ, ਜੇ ਇਕੱਠਾ ਪਾਠ ਕਰਕੇ ਅਰਥ ਕਰੀਏ। ਉਹ ਸਾਧ ਸੰਗਤ ਜੀ ਚੜਿਆ ਹੋਇਆ ਗਿਆਨ ਦਾ ਸੂਰਜ ਹੈ। ਤੇ ਫਿਰ ਪੜ੍ਹਦੇ ਹੋ ਪੰਕਤੀ, ਅਗਿਆਨ ਬਿਨਾਸਨ ਤਮ ਹਰਣ, ਅਗਿਆਨਤਾ ਦੇ ਹਨੇਰੇ ਨੂੰ ਮਹਾਰਾਜ ਕਹਿੰਦੇ ਬਨਾਸਨ ਨਾਸ਼ ਕਰਨ ਵਾਲਾ ਹੈ, ਤੇ ਭਰਮ ਦੇ ਹਨੇਰੇ ਨੂੰ ਵੀ ਸਤਿਗੁਰੂ ਜੀ ਕਹਿੰਦੇ ਭਾਈ ਨਾਸ਼ ਕਰਨ ਵਾਲਾ ਹੈ। ਅਗਿਆਨ ਦੀਆਂ ਇਹ ਸ਼ਕਤੀਆਂ ਮੰਨੀਆਂ ਹੈ ਸਾਧ ਸੰਗਤ ਜੀ। ਅਵਰਨ ਪੜਦਾ ਹੁੰਦਾ ਹੈ ਕਿ ਜਿਵੇਂ ਡੱਡੂ ਖੂਹ ਵਿੱਚ ਰਹਿੰਦਾ ਹੈ ਨਾ, ਕਿ ਐਸਾ ਮੇਰਾ ਮਨ ਵਿਖਿਆ ਬਮੋਹਿਆ ਕਛ ਆਰਾ ਪਾਰ ਨਾ ਸੂਝ। ਇਸ ਤਰ੍ਹਾਂ ਇਹ ਅਵਰਨ ਪੜਦਾ ਹੈ। ਉਹ ਕਹਿੰਦੇ ਰੱਬ ਹੈ ਹੀ ਨਹੀਂ, ਐਵੇਂ ਕਹਿੰਦੇ ਕਲਪਿਆ ਹੋਇਆ ਜਿਹੜੇ ਆ ਸ਼ਰਧਾ ਵਾਲੇ ਆ, ਇਹ ਅਵਰਨ ਪੜਦਾ ਹੈ। ਇਹੋ ਜੀ ਸਾਧ ਸੰਗਤ ਜੀ ਇਹ ਅਗਿਆਨ ਦੀ ਸ਼ਕਤੀ ਹੈ ਕਿ ਪਰਮੇਸ਼ਰ ਦੀ ਸੱਤਾ ਤੋਂ ਹੀ ਮੁਨਕਰ ਹੋਏ ਬੈਠੇ ਆ। ਮਨ ਜਿਹੜਾ ਐਸਾ ਢੀਠ ਹੈ, ਅਵਰਨ ਪੜਦੇ ਦੁਆਰਾ ਉਹਨੂੰ ਪਤਾ ਹੀ ਨਹੀਂ ਲੱਗਦਾ। ਫਿਰ ਸਾਧ ਸੰਗਤ ਜੀ ਜਿਵੇਂ ਆਂਡਾ ਹੁੰਦਾ ਨਾ, ਆਂਡੇ ਦੇ ਵਿੱਚ ਜਿਹੜਾ ਜੀਵ ਹੁੰਦਾ ਉਹਨੂੰ ਬਾਹਰਲੀ ਦੁਨੀਆ ਦਾ ਕੀ ਪਤਾ ਹੈ। ਇਸ ਤਰ੍ਹਾਂ ਇਹ ਅਗਿਆਨ ਦੀ ਇੱਕ ਇਹ ਸ਼ਕਤੀ ਹੈ ਕਿ ਜੀਵ ਨੂੰ ਸਾਧ ਸੰਗਤ ਜੀ ਇਹ ਅਗਿਆਨਤਾ ਦਾ, ਭਰਮ ਦਾ, ਮਾਇਆ ਦਾ ਇਹੋ ਜਿਹਾ ਆਂਡਾ ਪਿਆ ਹੋਇਆ ਹੈ। ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ, ਫੂਟੋ ਆਂਡਾ ਭਰਮ ਕਾ। ਜਦੋਂ ਭਰਮ ਦਾ ਆਂਡਾ ਫੁੱਟਦਾ ਨਾ ਫਿਰ ਪਤਾ ਲੱਗਦਾ ਹੈ ਕਿ ਅੱਛਾ ਬਾਹਰ ਵੀ ਦੁਨੀਆ ਹੈਗੀ ਹੈ। ਉਦੋਂ ਫਿਰ ਪਤਾ ਲੱਗਦਾ ਹੈ। ਮਹਾਰਾਜ ਕਹਿੰਦੇ ਭਾਈ ਮੇਰੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ, ਇਹ ਅਗਿਆਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਨਾਸ਼ ਕਰਨ ਵਾਲਾ ਹੈ। ਭਰਮ ਨੂੰ ਮਹਾਰਾਜ ਕਹਿੰਦੇ ਹਨੇਰੇ ਨੂੰ ਨਾਸ਼ ਕਰਨ ਵਾਲਾ ਹੈ। ਉੱਚੇ ਅਗਮ ਅਮਾਓ, ਉੱਚਿਆਂ ਦਾ ਉੱਚਿਆਂ ਤੋਂ ਉੱਚਾ ਹੈ, ਮਨ ਦੀ ਪਹੁੰਚ ਤੋਂ ਪਰੇ ਹੈ। ਅਮਾਓ, ਮਾਓ ਕਹਿੰਦੇ ਮਿਣਤੀ ਨੂੰ, ਤੇ ਅਮਾਓ ਮਿਣਤੀ ਤੋਂ ਰਹਿਤ ਹੈ। ਉਹਨੂੰ ਕੋਈ ਆਪਣੀ ਸ਼ਕਤੀ ਬਿਰਤੀ ਕਰਕੇ ਮਿਣ ਨਹੀਂ ਸਕਦਾ ਕਿ ਕਿੱਡਾ ਕੁ ਵੱਡਾ ਹੈ। ਮਨ ਵਿਛੋੜਿਆ ਹਰ ਮੇਲਿਆ, ਮਹਾਰਾਜ ਕਹਿੰਦੇ ਜਿਹੜਾ ਭਾਈ ਮਨ ਵਿਛੜਿਆ ਹੋਇਆ ਨਾ, ਵਿਕਾਰਾਂ ਵੱਲ ਨੂੰ ਲੱਗਾ, ਸੰਸਾਰ ਵੱਲ ਨੂੰ ਲੱਗਿਆ ਹੋਇਆ ਹੈ, ਇਸ ਵਿਛੜੇ ਹੋਏ ਮਨ ਨੂੰ ਵਾਹਿਗੁਰੂ ਨਾਲ ਮੇਲਣਾ ਕਰੀਏ। ਗੁਰੂ ਜੀ ਦੁਆਰਾ ਮਨ ਨੂੰ ਮੇਲਣ ਦਾ ਰਾਹ ਲੱਭੀਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਮਨ ਨੂੰ ਪਰਮੇਸ਼ਰ ਨਾਲ ਮੇਲਣ ਦਾ ਯਤਨ ਕਰੀਏ। ਨਾਨਕ ਇਹੋ ਸੁਆਓ, ਹਜੂਰ ਕਹਿੰਦੇ ਮਨੁੱਖਾ ਜਨਮ ਦਾ ਇਹੀ ਸੁਆਓ ਹੈ, ਇਹੀ ਲਾਭ ਹੈ ਵੱਡਾ, ਕਿ ਜਿਹੜਾ ਮਨ ਹੈ ਇਹਨੂੰ ਹੁਣ ਜਿੰਨਾ ਚਿਰ ਤੇਰੇ ਕੋਲ ਸਰੀਰ ਹੈ, ਪਰਮੇਸ਼ਰ ਨੂੰ ਮਿਲਣ ਦਾ ਜਿੰਨਾ ਵੀ ਲਾਹਾ ਖੱਟ ਸਕਦਾ ਨਾ, ਸਰੀਰ ਕੋਲੋਂ ਲਾਹਾ ਖੱਟ ਲੈ। ਕੀ ਕਰਾਉਣਾ ਇਸ ਚੰਮ ਤੋਂ, ਹੱਡੀਆਂ ਤੋਂ ਹੋਰ। ਮਹਾਰਾਜ ਕਹਿੰਦੇ ਭਾਈ ਬਥੇਰੇ ਵਕਾਰ ਭੋਗ ਭੋਗ ਕੇ ਵੇਖ ਲੈ, ਸ਼ਾਂਤੀ ਨਹੀਂ ਆਈ। ਹੁਣ ਵਾਹਿਗੁਰੂ ਨੂੰ ਖੋਜ ਲੈ,
ਮਨ ਜਿਹੜਾ ਤੇਰਾ ਵਿਛੜਿਆ ਹੋਇਆ ਨਾ, ਵਿਕਾਰਾਂ ਵੱਲ ਨੂੰ ਲੱਗਾ ਹੋਇਆ, ਮੋੜ ਇਹਨੂੰ ਹੋੜ ਵਿਕਾਰਾਂ ਤੋਂ, ਵਾਹਿਗੁਰੂ ਦੇ ਸ਼ਬਦ ਵਿੱਚ ਜੋੜ। ਇਹੀ ਮਹਾਰਾਜ ਕਹਿੰਦੇ ਭਾਈ ਸਵਾਓ ਲਾਭ ਹੈ ਮਨੁੱਖਾ ਜ਼ਿੰਦਗੀ ਦਾ। ਸਰਬ ਕਲਿਆਣਾ ਤਿਤ ਦਿਨ, ਤਿਸ ਦਿਨ ਮਹਾਰਾਜ ਕਹਿੰਦੇ ਸਰਬ ਕਰਕੇ ਕਲਿਆਣ। ਕਲਿਆਣਾ ਭਾਵ ਬਹੁਤਾ ਬਹੁਵਚਨ ਹੈ, ਸਾਰੀਆਂ ਹੀ ਕਲਿਆਣਾ ਮੁਕਤੀਆਂ ਮਹਾਰਾਜ ਕਹਿੰਦੇ ਤਿਸ ਦਿਨ ਭਾਈ ਪ੍ਰਾਪਤ ਹੋ ਜਾਣਗੀਆਂ। ਹਰ ਪਰਸੇ ਗੁਰ ਕੇ ਪਾਉ, ਗੁਰੂ ਸਾਹਿਬ ਜੀ ਦੇ ਮਹਾਰਾਜ ਕਹਿੰਦੇ ਜੋ ਹਰੀ ਸਰੂਪ ਗੁਰੂ ਨਾਨਕ ਸਾਹਿਬ ਹੈ ਨਾ, ਜਦੋਂ ਸਤਿਗੁਰਾਂ ਦੇ ਚਰਨਾਂ ਨੂੰ ਤੂੰ ਪਰਸ ਲਿਆ ਨਾ, ਤਿਸ ਦਿਨ ਸਾਰੀਆਂ ਹੀ ਮੁਕਤੀਆਂ ਤੈਨੂੰ ਜਿਹੜੀਆਂ ਪ੍ਰਾਪਤ ਹੋ ਜਾਣਗੀਆਂ। ਗੁਰੂ ਸਾਹਿਬ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਵੇਖ ਲਓ ਐਡੀ ਸ਼ਕਤੀ ਹੈ, ਮਹਾਰਾਜ ਦੇ ਚਰਨਾਂ 'ਚ ਹੀ ਸਾਰੀ ਕਲਿਆਣ ਵਸਦੀ ਹੈ। ਮਹਾਰਾਜ ਕਹਿੰਦੇ ਨੇ ਸਭ ਕੁਝ ਹੀ ਤੈਨੂੰ ਪ੍ਰਾਪਤ ਹੋ ਜਾਵੇਗਾ ਜਿਸ ਦਿਨ ਤੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਪਰਸ ਲਿਆ। ਤੋ ਸਾਧ ਸੰਗਤ ਜੀ ਇੱਥੇ ਇਹ ਦਿਨ ਰਹਿਣ ਬਾਣੀ ਮਹਾਰਾਜ 4 ਪੌੜੀਆਂ ਸੰਪੂਰਨ ਕੀਤੀਆਂ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਰਹਿਮਤ ਨਾਲ ਸੰਪੂਰਨ ਹੋਈ ਹੈ ਦਿਨ ਰਹਿਣ ਬਾਣੀ। ਤੇ ਅੱਗੇ ਵਾਰ ਦੀ ਆਰੰਭਤਾ ਹੋਵੇਗੀ, ਮਾਝ ਰਾਗ ਦੀ ਵਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰਨਗੇ। ਇਹ ਕੱਲ ਨੂੰ ਆਰੰਭ ਹੋਵੇਗੀ ਵਾਰ ਦੀ ਕਥਾ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਦਾ ਇਹ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਮਹਾਰਾਜ ਜੀ ਨੇ ਕਿਹਾ ਸੋਹਣਾ ਦਿਨ ਰਹਿਣ ਬਾਣੀ ਉਚਾਰ ਕਰਕੇ 4 ਪੌੜੀਆਂ ਕਹਿ ਕੇ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਹਜੂਰ ਰਹਿਮਤ ਕਰਨ, ਮਹਾਰਾਜ ਜੀ ਦਾ ਐਸਾ ਵਡਮੁੱਲਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਮਨ ਵਿਛੜਿਆ ਹਰ ਮੇਲਿਆ, ਨਾਨਕ ਇਹੋ ਸੁਆਓ। ਸਰਬ ਕਲਿਆਣਾ ਤਿਤ ਦਿਨ, ਹਰ ਪਰਸੇ ਗੁਰ ਕੇ ਪਾਉ।